ਹਾਲੇਲੂਇਆ ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪ੍ਰਭੂ ਦਾ ਧੰਨਵਾਦ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਅੱਜ ਕਰੀ ਫੇਰ ਆਪਣੇ ਕਦਮਾਂ 'ਚ ਸਾਨੂੰ ਬਿਠਾਇਆ ਹੈ। ਪਿਛਲਾ ਸਾਰਾ ਸਮਾਂ ਸਾਡੀ ਮਦਦ ਕੀਤੀ, ਨਿਗਹਿਬਾਨੀ ਰਖਵਾਲੀ ਕੀਤੀ ਹੈ। ਸਭ ਗੱਲਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। तो आइए परमेश्वर का जिंदा वचन सुन ली जा रहे हैं। अज का जो विषय असी सीखण ली जा रहे हैं, तुसी अपने मोबाइल स्क्रीन के उपर देख सकते हो कि असी किस तरह संसार ते जित पा सकते हैं, जां असी संसार ते जित पाउण दे तरीके की ने, असी किस तरीके नाल इस संसार ते की कर सकते हैं, जित पा सकते हैं। इन्हां चीज़ां दे बारे अज परमेश्वर के वचन च असी थोड़े समय दे विच जिन्ना भी परमेश्वर सानूं सिखाएगा असी सीखांगे। तो आइए सब तो पहला पढ़ते हैं नंबर 1 याकूब दी पत्री 1:27 वचन। याकूब इस जगह ते की कहंदा, अपने आप नूं संसार तो अलग रखो। पहला संसार ते जित पाउण दा तरीका आ कि अपने आप नूं इस संसार तो की रखो, अलग रखो। किस तरह कहंदा परमेश्वर दा दास? पढ़िए 1:27। ਸਾਡੇ ਪਰਮੇਸ਼ਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਕਹਿੰਦੇ ਜੇਕਰ ਤੁਸੀਂ ਸ਼ੁੱਧ ਔਰ ਨਿਰਮਲ ਰਹਿਣਾ ਚਾਹੁੰਦੇ ਹੋ ਤੇ ਉਹ ਇਹ ਆ, ਹਾਂ, ਭਈ ਅਨਾਥਾਂ ਅਤੇ ਵਿਧਵਾਂ ਦੀ ਉਹਨਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ, ਹਾਂ, ਅਤੇ ਆਪਣੇ ਆਪ ਨੂੰ ਜਗਤ ਤੋਂ ਨਿਸ਼ਕਲੰਕ ਰੱਖਣਾ। ਔਰ ਦੂਸਰਾ ਕੀ ਆ? ਆਪਣੇ ਆਪ ਨੂੰ ਜਗਤ ਤੋਂ ਕੀ ਰੱਖਣਾ? ਨਿਸ਼ਕਲੰਕ ਰੱਖਣਾ। ਉਸ ਤੋਂ ਪਹਿਲਾਂ ਉਹ ਕਹਿੰਦਾ, ਪੜ੍ਹੀਏ ਦੁਬਾਰਾ। ਸਾਡੇ ਪਰਮੇਸ਼ਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ। ਹਾਂ, ਕਹਿੰਦੇ ਜੇਕਰ ਤੁਸੀਂ ਆਪਣੇ ਪਿਤਾ ਪਰਮੇਸ਼ਰ ਦੇ ਅੱਗੇ ਸ਼ੁੱਧ ਔਰ ਨਿਰਮਲ ਭਗਤੀ ਕਰਨਾ ਚਾਹੁੰਦੇ ਹੋ ਤਾਂ ਇਹ ਆ ਕਿ ਸੰਸਾਰ ਤੋਂ ਆਪਣੇ ਆਪ ਨੂੰ ਕੀ ਰੱਖੋ। ਪੜ੍ਹੀਏ ਜਰਾ, ਕੀ ਕਹਿੰਦਾ? ਅਤੇ ਆਪਣੇ ਆਪ ਨੂੰ ਜਗਤ ਤੋਂ ਨਿਸ਼ਕਲੰਕ ਰੱਖਣਾ। ਆਪਣੇ ਆਪ ਨੂੰ ਜਗਤ ਤੋਂ ਕੀ ਰੱਖੀਏ? ਨਿਸ਼ਕਲੰਕ ਰੱਖੀਏ। ਪਰ ਜਗਤ ਤੋਂ ਅਲੱਗ ਰਹਿਣ ਦਾ ਸਥਾਨ ਹੀ ਸਾਮਰਥ ਦਾ ਸਥਾਨ ਹੈ। ਜਦੋਂ ਤੁਸੀਂ ਜਗਤ ਤੋਂ ਅਲੱਗ ਰਹਿੰਦੇ ਹੋ ਤੁਸੀਂ ਪਰਮੇਸ਼ਰ ਦੀ ਸਾਮਰਥ ਪਾਉਂਦੇ ਹੋ। ਨਿਸ਼ਕਲੰਕ ਮਤਲਬ ਕੋਈ ਵੀ ਦਾਗ ਜਾਂ ਧੱਬਾ ਨਾ ਹੋਵੇ, ਕੋਈ ਵੀ ਝੁਰਰੀ ਨਾ ਹੋਵੇ। ਇਹ ਜਿੰਨਾ ਅਸੀਂ ਸੰਸਾਰ ਦੇ ਕਰੀਬ ਰਵਾਂਗੇ ਉਹਨਾਂ ਜ਼ਿਆਦਾ ਗੰਦਗੀ ਦੇ ਵਿੱਚ ਰਵਾਂਗੇ, ਤੇ ਜਿੰਨਾ ਅਸੀਂ ਸੰਸਾਰ ਤੋਂ ਦੂਰ ਰਵਾਂਗੇ ਉਹਨਾਂ ਜ਼ਿਆਦਾ ਇਸ ਸੰਸਾਰ ਦੇ ਦਾਗਾਂ, ਧੱਬਿਆਂ, ਚੁਰਰੀਆਂ ਤੋਂ ਕੀ ਕਰਦੇ ਰਵਾਂਗੇ? ਬਚੇ ਰਵਾਂਗੇ। ਕੀ ਕਹਿੰਦਾ ਪਰਮੇਸ਼ਰ ਦਾ ਦਾਸ? ਪੜੋ ਦੁਬਾਰਾ। ਸਾਡੇ ਪਰਮੇਸ਼ਰ ਲਾਸਟ ਲਾਈਨ ਅਤੇ ਆਪਣੇ ਆਪ ਨੂੰ ਜਗਤ ਤੋਂ ਨਿਸ਼ਕਲੰਕ ਰੱਖਣਾ। ਔਰ ਆਪਣੇ ਆਪ ਨੂੰ ਜਗਤ ਤੋਂ ਕੀ ਰੱਖਣਾ? ਨਿਸ਼ਕਲੰਕ ਰੱਖਣਾ। ਇਹ ਕਿਸ ਤਰ੍ਹਾਂ ਅਸੀਂ ਜਗਤ ਤੋਂ ਆਪਣੇ ਆਪ ਨੂੰ ਨਿਸ਼ਕਲੰਕ ਰੱਖ ਸਕਦੇ ਹਾਂ? ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਜਗਤ ਦੀਆਂ ਆ ਕੇ ਸਾਨੂੰ ਕਲੰਕਿਤ ਕਰਦੀਆਂ ਨੇ? ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਜਗਤ ਦੀਆਂ ਨੇ ਜਿਹੜੀਆਂ ਆ ਕੇ ਸਾਨੂੰ ਗੰਦਾ ਕਰਦੀਆਂ ਨੇ ਤੇ ਪ੍ਰਭੂ ਦੇ ਸਾਹਮਣੇ ਸਾਨੂੰ ਨਿਰਮਲ ਔਰ ਸ਼ੁੱਧ ਨਹੀਂ ਰਹਿਣ ਦਿੰਦੀਆਂ? ਯਾਦ ਰੱਖੋ ਇਸ ਚੀਜ਼ ਨੂੰ। ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਗੱਲਾਂ ਦੇ ਕਾਰਨ ਅਸੀਂ ਪਰਮੇਸ਼ਰ ਪਿਤਾ ਦੇ ਸਾਹਮਣੇ, ਆਪਣੇ ਸਵਰਗੀ ਪਿਤਾ ਦੇ ਸਾਹਮਣੇ, ਪਹਿਲੀ ਲਾਈਨ ਪੜ੍ਹੀਏ, ਕੀ ਕਹਿੰਦਾ? ਸਾਡੇ ਪਰਮੇਸ਼ਰ ਅਤੇ ਪਿਤਾ ਦੇ ਅੱਗੇ ਹਾਂ, ਕਹਿੰਦਾ ਸਾਡੇ ਪਰਮੇਸ਼ਰ ਔਰ ਸਾਡੇ ਪਿਤਾ ਦੇ ਸਾਹਮਣੇ ਸਾਨੂੰ ਸ਼ੁੱਧ ਨਹੀਂ ਰੱਖਿਆ ਜਾਂਦੀਆਂ। ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਰਮੇਸ਼ਰ ਦੇ ਸਾਹਮਣੇ ਸ਼ੁੱਧ ਨਹੀਂ ਰੱਖ ਸਕਦੀਆਂ। ਉਹ ਆ ਸੰਸਾਰ ਦੇ ਨੇੜੇ ਰਹਿਣਾ। ਔਰ ਉਹ ਕਿਹੜੀਆਂ ਚੀਜ਼ਾਂ ਨੇ? ਪਰਮੇਸ਼ਰ ਦਾ ਵਚਨ ਕਹਿੰਦਾ ਸੰਸਾਰ ਨੂੰ ਆਪਣੇ ਆਪ ਤੋਂ ਦੂਰ ਰੱਖੋ, ਸੰਸਾਰ ਤੋਂ ਆਪਣੇ ਆਪ ਨੂੰ ਨਿਸ਼ਕਲੰਕ ਰੱਖੋ। ਹੁਣ ਅਸੀਂ ਕੀ ਦੇਖਦੇ ਹਾਂ? ਪਰਮੇਸ਼ਰ ਦੀ ਦੁਲਹਨ ਤਿਆਰ ਹੋ ਰਹੀ ਆ। ਇੱਕ ਆਦਮੀ ਵੀ, ਇੱਕ ਔਰਤ ਵੀ ਜੋ ਵਿਸ਼ਵਾਸ ਦੇ ਵਿੱਚ ਆ, ਉਹ ਪਰਮੇਸ਼ਰ ਦੀ ਦੁਲਹਨ ਕਹਾਉਂਦੇ ਨੇ। ਤੇ ਪਰਮੇਸ਼ਰ ਦੀ ਦੁਲਹਨ ਨੇ ਇਸ ਵਚਨ ਦੇ ਅਨੁਸਾਰ ਤਿਆਰ ਹੋਣਾ ਹੈ। ਪਰਮੇਸ਼ਰ ਦੀ ਦੁਲਹਨ ਨੂੰ ਸੰਸਾਰ ਦੀ ਕੋਈ ਵਸਤ, ਪਰਮੇਸ਼ਰ ਦੀ ਦੁਲਹਨ ਨੂੰ ਸੰਸਾਰ ਦੀ ਕੋਈ ਵੀ ਚੀਜ਼ ਤਿਆਰ ਨਹੀਂ ਕਰ ਸਕਦੀ। ਉਹਨੂੰ ਸਿਰਫ ਔਰ ਸਿਰਫ ਪਰਮੇਸ਼ਰ ਦਾ ਜਿਉਂਦਾ ਵਚਨ ਹੀ ਤਿਆਰ ਕਰ ਸਕਦਾ ਆ। ਇਸ ਕਾਰਨ ਇਹ ਨਾ ਸੋਚਿਓ ਕਿ ਅਸੀਂ ਬਾਹਰੀ ਰੂਪ 'ਚ ਸੋਹਣੇ ਦਿਖਾਂਗੇ ਤੇ ਸ਼ਾਇਦ ਅਸੀਂ ਪਰਮੇਸ਼ਰ ਦੀ ਦੁਲਹਨ ਹਾਂ। ਇਹ ਚੀਜ਼ਾਂ ਜੋ ਸਾਡੇ ਜੀਵਨ 'ਚ ਆਉਂਦੀਆਂ ਨੇ ਇਹ ਸਾਨੂੰ ਕਲੰਕਿਤ ਕਰਦੀਆਂ ਨੇ। ਨੰਬਰ 1 ਸਾਡੇ ਕੱਪੜੇ ਪਹਿਨਣ ਦਾ ਸਟਾਈਲ। ਕਿ ਸਾਡੇ ਕੱਪੜੇ ਪਹਿਨਣ ਦਾ ਸਟਾਈਲ ਸੰਸਾਰ ਦੇ ਨਾਲ ਮਿਲਦਾ ਹੈ? ਜੇ ਸੰਸਾਰ ਤੋਂ ਸਿੱਖ ਕੇ, ਸੰਸਾਰ ਦੇ ਫੈਸ਼ਨ ਤੋਂ ਪ੍ਰਭਾਵਿਤ ਹੋ ਕੇ ਅਸੀਂ ਆਪਣੇ ਕੱਪੜਿਆਂ ਨੂੰ ਬਣਵਾ ਰਹੇ ਹਾਂ ਜਾਂ ਆਪਣੇ ਕੱਪੜੇ ਪਾਉਣ ਜਾਂ ਸਿਵਾਉਣ ਦਾ ਤਰੀਕਾ ਉਹੋ ਜਿਹਾ ਕਰ ਰਹੇ ਹਾਂ
तो ਅਸੀਂ ਆਪਣੇ ਆਪ ਨੂੰ ਕਲੰਕਿਤ ਕਰ ਰਹੇ ਹਾਂ, ਕਿਉਂਕਿ ਸੰਸਾਰ ਸਾਡੇ ਤੇ ਕੀ ਹੋ ਗਿਆ, ਆ ਗਿਆ। ਇਹ ਦੋਨਾਂ ਤੇ ਢੁਕਦਾ, ਆਦਮੀ ਔਰ ਔਰਤ, ਲੜਕੀ ਔਰ ਲੜਕਿਆਂ ਤੇ ਸਭਨਾਂ ਤੇ ਲਾਗੂ ਹੁੰਦਾ ਆ ਕਿ ਅਸੀਂ ਸੰਸਾਰ ਦੇ ਵੱਲੋਂ ਮਰ ਜਾਣਾ ਆ ਤੇ ਪਰਮੇਸ਼ਰ ਵੱਲੋਂ ਕੀ ਹੋ ਜਾਣਾ ਹੈ, ਜੀ ਪੈਣਾ ਹੈ। ਔਰ ਪਰਮੇਸ਼ਰ ਦਾ ਵਚਨ ਕਹਿ ਕੀ ਰਿਹਾ, ਆਪਣੇ ਆਪ ਨੂੰ ਸੰਸਾਰ ਤੋਂ ਕੀ ਰੱਖੋ, ਨਿਸ਼ਕਲੰਕ। ਔਰ ਸਭ ਤੋਂ ਪਹਿਲਾਂ ਜੇਕਰ ਸਾਡੀ ਵੇਸ਼ਭੂਸ਼ਾ, ਸਾਡਾ ਪਹਿਰਾਵਾ ਇਹ ਸੰਸਾਰ ਦੇ ਨਾਲ ਮਿਲਦਾ ਜੁਲਦਾ ਆ, ਤੇ ਇਹ ਚੀਜ਼ ਤੁਹਾਨੂੰ ਤੁਹਾਡੇ ਪਿਤਾ ਪਰਮੇਸ਼ਰ ਦੇ ਅੱਗੇ ਕੀ ਨਹੀਂ ਰਹਿਣ ਦੇਵੇਗੀ, ਨਿਰਮਲ ਔਰ ਸ਼ੁੱਧ ਨਹੀਂ ਰਹਿਣ ਦੇਵੇਗੀ। ਦੂਸਰਾ, ਸਾਡਾ ਸਿਰ ਵਾਉਣ ਦਾ ਸਟਾਈਲ, ਸਾਡੇ ਵਾਲਾਂ ਨੂੰ ਗੁੰਦਣ ਦਾ ਸਟਾਈਲ ਕਿਤੇ ਸੰਸਾਰ ਤੋਂ ਤੇ ਨਹੀਂ। ਅੱਜ ਅਸੀਂ ਆਪਣੇ ਕੱਪੜੇ ਪਹਿਨਣ ਦਾ ਸਟਾਈਲ ਔਰ ਆਪਣੇ ਵਾਲਾਂ ਨੂੰ ਵਾਉਣ ਦਾ ਸਟਾਈਲ ਪਰਮੇਸ਼ਰ ਦੇ ਵਚਨਾਂ ਚੋਂ ਨਹੀਂ, ਇਸ ਸੰਸਾਰ ਚੋਂ ਦੇਖਦੇ ਹਾਂ। ਔਰ ਸੰਸਾਰ ਦਾ ਸਭ ਤੋਂ ਵੱਡਾ ਝਰਨਾ, ਸੰਸਾਰ ਦਾ ਸਭ ਤੋਂ ਵੱਡਾ ਝਰੋਖਾ ਜਾਂ ਸੰਸਾਰ ਦੀ ਸਭ ਤੋਂ ਵੱਡੀ ਵਿੰਡੋ ਸਾਡੇ ਘਰ ਦੇ ਵਿੱਚ ਆ। ਉਹਨਾਂ ਨੂੰ ਕਿਹਾ ਜਾਂਦਾ ਟੈਲੀਵਿਜ਼ਨ। ਜਦੋਂ ਅਸੀਂ ਟੈਲੀਵਿਜ਼ਨਾਂ ਦੇ ਵਿੱਚ ਇਸ ਸੰਸਾਰ ਦੇ ਲੋਕਾਂ ਨੂੰ ਭੜਕੀਲੇ ਵਸਤਰ, ਇਸ ਸੰਸਾਰ ਦੇ ਲੋਕਾਂ ਨੂੰ ਗੁੰਦਵੇਂ ਵਾਲ ਜਾਂ ਅਲੱਗ-ਅਲੱਗ ਤਰੀਕੇ ਨਾਲ ਆਪਣੇ ਹੇਅਰ ਸਟਾਈਲ ਬਣਾਉਂਦੇ ਵੇਖਦੇ ਆ, ਤਾਂ ਇਸ ਸੰਸਾਰ ਦੀ ਇੱਛਾ ਸਾਡੇ ਅੰਦਰ ਆਉਂਦੀ ਹੈ। ਇਸ ਚੀਜ਼ ਨੂੰ ਹੀ ਪਰਮੇਸ਼ਰ ਦਾ ਦਾਸ ਕੀ ਕਹਿ ਰਿਹਾ, ਕਹਿੰਦਾ ਆਪਣੇ ਆਪ ਨੂੰ ਇਸ ਸੰਸਾਰ ਤੋਂ ਕੀ ਰੱਖੋ, ਨਿਸ਼ਕਲੰਕ ਰੱਖੋ। ਦੁਬਾਰਾ ਪੜੋ ਜਰਾ। ਅਤੇ ਆਪਣੇ ਆਪ ਨੂੰ ਜਗਤ ਤੋਂ ਨਿਸ਼ਕਲੰਕ ਰੱਖਣਾ। ਆਪਣੇ ਆਪ ਨੂੰ ਜਗਤ ਤੋਂ ਕੀ ਰੱਖਣਾ? ਸੰਸਾਰ ਤੇ ਜਿੱਤ ਪਾਉਣ ਦਾ ਪਹਿਲਾ ਤਰੀਕਾ ਕੀ ਆ? ਤੁਸੀਂ ਆਪਣੇ ਆਪ ਨੂੰ ਜਗਤ ਤੋਂ ਕੀ ਰੱਖੋ। ਪ੍ਰਭੂ ਯਿਸੂ ਮਸੀਹ ਕਹਿੰਦਾ ਸੀ ਨਾ, ਇਸ ਸੰਸਾਰ ਦਾ ਜਾਂ ਇਸ ਦੁਨੀਆ ਦਾ ਸਰਦਾਰ ਕੀ ਹੁੰਦਾ ਹੈ, ਮੇਰੇ ਕੋਲ ਆਉਂਦਾ ਹੈ ਤੇ ਕੀ ਨਹੀਂ ਹੈ ਭਲਾ, ਉਹਦਾ ਮੇਰੇ ਵਿੱਚ ਕੁਝ ਵੀ ਮਾਲ ਨਹੀਂ। ਇਸੇ ਤਰ੍ਹਾਂ ਅਸੀਂ ਵੀ ਯਿਸੂ ਮਸੀਹ ਦੀ ਪੈੜਾਂ ਦੇ ਪਿੱਛੇ ਆ। ਇਸ ਸੰਸਾਰ ਦਾ ਈਸ਼ਵਰ ਜਾਂ ਇਸ ਸੰਸਾਰ ਦਾ ਸਰਦਾਰ ਤੁਹਾਡੇ ਕੋਲ ਆਪਣੀਆਂ ਮੋਹ ਇੱਛਾਵਾਂ ਲੈ ਕੇ ਆਵੇਗਾ, ਪਰ ਜੇਕਰ ਤੁਸੀਂ ਇੱਕ ਆਤਮਿਕ ਇਨਸਾਨ ਹੋ, ਜੇਕਰ ਤੁਸੀਂ ਇੱਕ ਆਤਮਿਕ ਰੂਹ ਹੋ, ਜੇਕਰ ਤੁਸੀਂ ਉਹਦੀ ਦੁਲਹਨ ਹੋ, ਤੇ ਤੁਸੀਂ ਆਪਣੇ ਇਸ ਸਰੀਰ ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕਰੋਗੇ, ਆਪਣੇ ਰੂਪ ਸੱਜਾ ਦੇ ਲਈ ਕੁਝ ਨਹੀਂ ਕਰੋਗੇ, ਆਪਣੇ ਮੇਕਅਪ ਦੇ ਲਈ ਕੁਝ ਨਹੀਂ ਕਰੋਗੇ। ਜੋ ਆ ਉਹੀ ਆ, ਕਿਉਂਕਿ ਇਸ ਸਰੀਰ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਮਹਿਮਾ ਕਰਨੀ ਆ। ਇਹ ਸਰੀਰ ਨੇ ਯਹੋਵਾ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਨੀ ਆ। ਇਹ ਸਰੀਰ ਹੁਣ ਪਵਿੱਤਰ ਆਤਮਾ ਦੀ ਹੈਕਲ ਆ। ਇਹ ਸਰੀਰ ਹੁਣ ਪਵਿੱਤਰ ਆਤਮਾ ਦਾ ਮੰਦਿਰ ਆ, ਜਿੱਥੇ ਕੌਣ ਰਹਿੰਦਾ ਆ ਕੇ। ਹੁਣ ਅਸੀਂ ਇਹਦੇ ਨਾਲ ਕੋਈ ਵੀ ਛੇੜਛਾੜ ਨਹੀਂ ਕਰ ਸਕਦੇ, ਕਿਉਂਕਿ ਹੁਣ ਕੌਣ ਆ ਗਿਆ? ਪਰਮੇਸ਼ਰ ਦਾ ਵਚਨ ਕਹਿੰਦਾ ਨਾ, ਪ੍ਰਭੂ ਆਪਣੀ ਹੈਕਲ 'ਚ ਆ। ਪੜਿਆ ਨਾ, ਪਰਮੇਸ਼ਰ ਕਿੱਥੇ ਆ? ਆਪਣੀ ਹੈਕਲ ਵਿੱਚ। ਤੇ ਸਾਰਾ ਸੰਸਾਰ ਕੀ ਰਵੇ? ਫਿਰ ਸਾਰਾ ਸੰਸਾਰ ਉਹਦੇ ਅੱਗੇ ਖਾਮੋਸ਼ ਰਵੇ, ਉਹਦੇ ਅੱਗੇ ਚੁੱਪ ਰਵੇ। ਜਦੋਂ ਪਰਮੇਸ਼ਰ ਇਸ ਹੈਕਲ 'ਚ ਆ ਗਿਆ ਆ, ਫਿਰ ਸੰਸਾਰ ਤੇ ਸੰਸਾਰ ਦੀਆਂ ਚੀਜ਼ਾਂ ਇਹਦੇ ਅੱਗੇ ਆ ਕੇ ਕੁਝ ਵੀ ਨਾ ਕਰੇ, ਸੰਸਾਰ ਸਾਨੂੰ ਪ੍ਰਭਾਵਿਤ ਨਾ ਕਰੇ। ਇਸ ਕਾਰਨ ਪਰਮੇਸ਼ਰ ਦਾ ਵਚਨ ਕਹਿੰਦਾ, ਆਪਣੇ ਆਪ ਨੂੰ ਇਸ ਸੰਸਾਰ ਤੋਂ ਕੀ ਰੱਖੋ? ਅਲੱਗ ਰੱਖੋ। ਤਾਂ ਹੀ ਤੇ ਪਰਮੇਸ਼ਰ ਦੇ ਵਚਨ ਲਿਖਿਆ, ਬਲਿਆਮ ਆਇਆ, ਦੂਰੋਂ ਦੇਖਦਾ, ਸ਼ਰਾਪ ਦੇਣ ਲੱਗਾ, ਪਰ ਜਦੋਂ ਨੇ ਵੇਖਿਆ ਉਹਨਾਂ ਦਾ ਰਹਿਣ ਸਹਿਣ, ਉਹ ਕੀ ਕਹਿੰਦਾ? ਕਹਿੰਦਾ, ਮੈਂ ਪਹਾੜਾਂ ਦੀਆਂ ਟੀਸੀਆਂ ਤੋਂ ਜਦੋਂ ਵੀ ਨਿਗਾਹ ਮਾਰਦਾ ਹਾਂ, ਇਹ ਕੌਮ ਕੀ ਕਰਦੀ ਆ? ਇਕੱਲੀ ਵਸਦੀ ਆ ਤੇ ਆਪਣੇ ਆਪ ਨੂੰ ਕਿਸੇ ਵਿੱਚ ਗਿਣਦੀ ਹੀ ਨਹੀਂ। ਕਿ ਅਸੀਂ ਸੰਸਾਰ ਤੋਂ ਇਕੱਲੇ ਵਸਦੇ ਹਾਂ। ਇੱਕ ਵਿਸ਼ਵਾਸੀ ਤੋਂ ਸੰਸਾਰ ਕਿਸ ਤਰ੍ਹਾਂ ਪ੍ਰਗਟ ਹੁੰਦਾ? ਕਹਿਣ ਨੂੰ ਆਪਣੇ ਆਪ ਨੂੰ ਕਹਿੰਦਾ ਮੈਂ ਮਸੀਹ ਦੀ ਦੁਲਹਨ ਹਾਂ, ਪਰ ਜਦੋਂ ਅਸੀਂ ਉਹਦੇ ਕੱਪੜੇ ਵੇਖੀਏ, ਜਦੋਂ ਅਸੀਂ ਉਹਦੇ ਚਿਹਰੇ ਨੂੰ ਦੇਖੀਏ, ਜਦੋਂ ਉਹਦੇ ਅਸੀਂ ਵਾਲ ਵਾਉਣ ਦੇ ਸਟਾਈਲ ਨੂੰ ਵੇਖੀਏ, ਉੱਥੇ ਦਿਖਦਾ ਸੰਸਾਰ। ਬਾਈਬਲ ਔਰ ਵਚਨ ਦੇ ਅਨੁਸਾਰ ਕੀ ਕਹਿ ਸਕਦੇ ਆ? ਇਹਨੇ ਆਪਣੇ ਆਪ ਨੂੰ ਇਸ ਸੰਸਾਰ ਦੇ ਨਾਲ ਕੀ ਕਰ ਦਿੱਤਾ ਆ? ਕਲੰਕਿਤ ਕਰ ਦਿੱਤਾ ਹੈ। ਪੜ੍ਹੀਏ, ਆਖਰੀ ਲਾਈਨ ਪੜ੍ਹੀਏ ਉਹਦੀ, ਯਾਕੂਬ ਦੀ 27 ਦੀ। ਅਤੇ ਆਪਣੇ ਆਪ ਨੂੰ ਜਗਤ ਤੋਂ ਨਿਸ਼ਕਲੰਕ ਰੱਖਣਾ। ਆਪਣੇ ਆਪ ਨੂੰ ਜਗਤ ਤੋਂ ਕੀ ਰੱਖਣਾ ਆ? ਇਸ ਤਰੀਕੇ ਨਾਲ ਜੇ ਤੁਸੀਂ ਆਪਣਾ ਜੀਵਨ ਬਤੀਤ ਕਰੋਗੇ ਨਾ, 1000% ਤੁਸੀਂ ਜਗਤ ਤੇ ਫਤਹ ਪਾਓਗੇ। ਹਾਲੇਲੂਇਆ, ਹਾਲੇਲੂਇਆ। ਅਸੀਂ ਕਹਿੰਦੇ ਜਗਤ ਤੇ ਫਤਹ ਨਹੀਂ ਪਾਈ ਜਾ ਰਹੀ।
ਪਰਮੇਸ਼ਰ ਦਾ ਵਚਨ ਹਰ ਚੀਜ਼ 'ਚ ਤੁਹਾਨੂੰ ਗਾਈਡ ਕਰ ਰਿਹਾ। ਤੁਸੀਂ ਆਪਣੀਆਂ ਮੋਹ ਇੱਛਾ ਤੇ ਆਪਣੀਆਂ ਕਾਮਨਾਵਾਂ ਤੇ ਆਪਣੀਆਂ ਅੱਖਾਂ ਤੇ ਕੰਟਰੋਲ ਕਰੋ। ਇਹ ਜਗਤ ਤੁਹਾਨੂੰ ਭਰਮਾਵੇ ਨਾ, ਜਗਤ ਤੋਂ ਅਲੱਗ ਰਹੋ, ਜਗਤ ਤੁਹਾਡੇ ਉੱਤੇ ਕਦੀ ਹੈਵੀ ਨਹੀਂ ਹੋਏਗਾ। ਤੁਸੀਂ ਵੀ ਯਿਸੂ ਮਸੀਹ ਨੂੰ ਕਹੋਗੇ ਮੇਰੇ ਕੋਲ ਆਉਂਦਾ ਆ, ਪਰ ਇਹਦਾ ਮੇਰੇ ਵਿੱਚ ਹੁਣ ਕੁਝ ਵੀ ਨਹੀਂ। ਹਾਲੇਲੂਇਆ। ਅੱਗੇ ਪੜ੍ਹਦੇ ਹਾਂ। ਦੂਸਰੀ ਗੱਲ ਕੀ ਹੈ ਜੀ? ਮਸੀਹ ਦੀ ਜਿੱਤ ਨੂੰ ਉਸ ਜਗਤ ਦੇ ਉੱਤੇ ਰੱਖਣਾ। ਪਹਿਲਾ ਸੀ ਕਿ ਆਪਣੇ ਆਪ ਨੂੰ ਉਸ ਜਗਤ ਤੋਂ ਕੀ ਰੱਖਣਾ? ਅਲੱਗ ਰੱਖਣਾ। ਦੂਸਰਾ, ਪਰਮੇਸ਼ਰ ਨੇ ਇਸ ਜਗਤ ਨੂੰ ਜਿੱਤ ਲਿਆ, ਇਸ ਜਿੱਤ ਨੂੰ ਉਸ ਜਗਤ ਦੇ ਉੱਤੇ ਰੱਖਣਾ। ਕਿ ਇਹ ਸੰਸਾਰ ਤੈਨੂੰ ਮੇਰੇ ਪ੍ਰਭੂ ਨੇ ਜਿੱਤ ਲਿਆ ਆ, ਤੂੰ ਮੇਰੇ ਤੇ ਹੁਣ ਹਾਵੀ ਨਹੀਂ ਹੋ ਸਕਦਾ, ਤੂੰ ਮੈਨੂੰ ਨਹੀਂ ਜਿੱਤ ਸਕਦਾ। ਪੜ੍ਹੀਏ ਜਰਾ ਯੋਹਨਾ ਦੀ ਇੰਜੀਲ 16 ਬਾਬ ਉਹਦਾ 33 ਵਚਨ। ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਹਾਂ, ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ। ਕਹਿੰਦਾ ਮੈਂ ਤੁਹਾਨੂੰ ਗੱਲਾਂ ਇਸ ਕਰਕੇ ਆਖੀਆਂ ਨੇ ਕਿ ਮੇਰੇ ਕਾਰਨ ਔਰ ਇਹਨਾਂ ਗੱਲਾਂ ਦੇ ਕਾਰਨ ਤੁਹਾਨੂੰ ਸ਼ਾਂਤੀ ਮਿਲੇ। ਹਾਂ, ਜਗਤ ਵਿੱਚ ਤੁਹਾਨੂੰ ਕਸ਼ਟ ਹੈ। ਕਹਿੰਦਾ ਇਸ ਜਗਤ ਦੇ ਵਿੱਚ ਤੁਹਾਨੂੰ ਕੀ ਆ? ਕਸ਼ਟ ਹੈ, ਪਰ ਹੌਸਲਾ ਰੱਖੋ, ਪਰ ਹੌਸਲਾ ਰੱਖਿਓ, ਮੈਂ ਜਗਤ ਨੂੰ ਜਿੱਤ ਲਿਆ ਹੈ। ਹਾਲੇਲੂਇਆ। ਕੀ ਕਰ ਲਿਆ ਉਹਨੇ? ਜਿੱਤੇਗਾ ਨਹੀਂ, ਜਿੱਤ ਚੁਕਾਇਆ। ਪਹਿਲਾਂ ਇਹ ਜਗਤ ਸਾਨੂੰ ਹਰਾਉਂਦਾ ਸੀ, ਪਹਿਲਾਂ ਸੰਸਾਰ ਆਪਣੀਆਂ ਮੋਹ ਇੱਛਾ ਆਪਣੀ ਕਾਮਨਾ ਦੁਆਰਾ ਸਾਡੇ ਤੇ ਹਾਵੀ ਹੁੰਦਾ ਸੀ, ਸਾਡੇ ਤੇ ਫਤਿਹਮੰਦ ਹੁੰਦਾ ਸੀ। ਪਰ ਹੁਣ ਪਰਮੇਸ਼ਰ ਕੀ ਕਹਿੰਦਾ? ਤੁਹਾਨੂੰ ਇਹਨਾਂ ਗੱਲਾਂ ਤੋਂ ਕੀ ਹੋਵੇ? ਤਸੱਲੀ ਹੋਵੇ, ਹੌਸਲਾ ਪਾਇਓ, ਦਲੇਰ ਹੋਇਓ। ਮੈਂ ਇਸ ਜਗਤ ਨੂੰ ਕੀ ਕਰ ਚੁੱਕਾ ਆ? ਜਿੱਤ ਚੁੱਕਾ। ਤੇ ਮੇਰੀ ਕਲੀਸਿਆ ਵੀ ਹੁਣ ਇਸ ਜਗਤ ਨੂੰ ਕੀ ਕਰੇਗੀ? ਜਿੱਤੇਗੀ। ਮੇਰਾ ਇੱਕ ਵਿਸ਼ਵਾਸੀ ਵੀ, ਛੋਟੇ ਤੋਂ ਲੈ ਕੇ ਵੱਡਾ ਵੱਧਦਾ ਹੋਇਆ ਵਿਸ਼ਵਾਸੀ, ਨਵਾਂ ਚੱਲਦਾ ਹੋਇਆ ਵਿਸ਼ਵਾਸੀ ਵੀ ਇਸ ਜਗਤ ਤੇ ਕੀ ਪਾਏਗਾ? ਫਤਿਹ ਪਾਏਗਾ। ਯੋਹਨਾ ਦੀ ਇੰਜੀਲ 12 ਦੀ 31 ਪੜ੍ਹੀਏ। ਯੋਹਨਾ ਦੀ ਇੰਜੀਲ 12 ਬਾਬ 31 ਵਚਨ। ਹੁਣ ਇਸ ਜਗਤ ਦਾ ਨਿਆਂ ਹੁੰਦਾ ਹੈ। ਕਹਿੰਦਾ ਹੁਣ ਇਸ ਜਗਤ ਦਾ ਨਿਆਂ ਹੋ ਰਿਹਾ ਆ। ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ। ਹੁਣ ਇਸ ਜਗਤ ਦਾ ਸਰਦਾਰ ਕੀ ਕੀਤਾ ਜਾਵੇਗਾ? ਬਾਹਰ ਕੱਢਿਆ ਜਾਵੇਗਾ। ਹਾਂ, ਔਰ ਮੈਂ ਜੇ ਧਰਤੀ ਉੱਤੋਂ ਉੱਚਾ ਕੀਤਾ ਜਾਵਾਂ ਹਾਂ, ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ। ਹਾਲੇਲੂਇਆ। ਕਹਿੰਦਾ ਜੇ ਮੈਂ ਧਰਤੀ ਤੋਂ ਉੱਚਾ ਕੀਤਾ ਜਾਵਾਂ ਨਾ ਤੇ ਫਿਰ ਸਾਰਿਆਂ ਨੂੰ ਕੀ ਕਰਾਂਗਾ? ਖਿੱਚ ਲਵਾਂ। ਇਹ ਗੱਲ ਹੋ ਗਈ ਆ ਕਿ ਨਹੀਂ? ਯਿਸੂ ਮਸੀਹ ਧਰਤੀ ਤੋਂ ਉੱਚਾ ਹੋ ਚੁੱਕਿਆ ਹੈ ਨਾ। ਕਿਸ ਤਰ੍ਹਾਂ? ਜਦੋਂ ਯਿਸੂ ਮਸੀਹ ਮੌਤ ਤੇ ਫਤਿਹ ਪਾ ਕੇ ਜਿੰਦਾ ਅਸਮਾਨ ਨੂੰ ਕੀ ਹੋ ਗਿਆ? ਜਿੱਧਰ ਕਹਿੰਦਾ ਮੈਂ ਚੜ ਗਿਆ ਨਾ, ਉਧਰ ਹੁਣ ਤੁਹਾਨੂੰ ਵੀ ਸਾਰਿਆਂ ਨੂੰ ਕੀ ਕਰਾਂਗਾ? ਮੈਂ ਖਿੱਚਾਂਗਾ। ਇਸ ਧਰਤੀ ਦਾ ਅਟਰੈਕਸ਼ਨ, ਇਸ ਧਰਤੀ ਦਾ ਗੁਰੂਤਵ ਆਕਰਸ਼ਣ ਹੁਣ ਤੁਹਾਨੂੰ ਆਕਰਸ਼ਿਤ ਨਹੀਂ ਕਰ ਪਾਵੇਗਾ, ਕਿਉਂਕਿ ਇਸ ਧਰਤੀ ਦੇ ਸਰਦਾਰ ਦਾ ਕੀ ਹੋ ਗਿਆ? ਨਿਆਂ ਹੋ ਗਿਆ। ਉਹਦੇ ਸਿਰ ਨੂੰ ਪ੍ਰਭੂ ਯਿਸੂ ਮਸੀਹ ਨੇ ਕਲਵਰੀ ਕਰੂਸ ਤੇ ਕੀ ਕਰ ਦਿੱਤਾ ਆ? ਆਪ ਕਿੱਥੇ ਚੜ ਗਿਆ? ਇਸ ਜਗਤ ਤੋਂ ਉੱਚਾ ਹੋ ਗਿਆ। ਇਸੇ ਕਾਰ ਹੁਣ ਸਾਨੂੰ ਵੀ ਉਹ ਕੀ ਕਰ ਰਿਹਾ? ਆਪਣੇ ਵੱਲ ਖਿੱਚ ਰਿਹਾ। ਪਰ ਹੁਣ ਆਪਣਾ ਆਤਮਿਕ ਜੀਵਨ ਵੇਖੀਏ, ਅਸੀਂ ਪ੍ਰਭੂ ਯਿਸੂ ਮਸੀਹ ਦੀ ਖਿੱਚ ਵੱਲ ਪ੍ਰਭਾਵਿਤ ਹੋ ਰਹੇ ਹਾਂ ਕਿ ਜਾਂ ਸ਼ੈਤਾਨ ਦੀ ਖਿੱਚ ਵੱਲ ਪ੍ਰਭਾਵਿਤ ਹੋ ਰਹੇ ਹਾਂ? ਸ਼ੈਤਾਨ ਦਾ ਪ੍ਰਭਾਵ ਖਤਮ ਕਰ ਦਿੱਤਾ ਗਿਆ। ਸ਼ੈਤਾਨ ਸਿਰਫ ਮੋਹ ਇੱਛਾ ਦੇ ਦੁਆਰਾ ਤੁਹਾਨੂੰ ਕੀ ਕਰ ਸਕਦਾ? ਜ਼ਬਰਦਸਤੀ ਤੁਹਾਡੇ ਨਾਲ ਨਹੀਂ ਕਰ ਸਕਦਾ। ਹੁਣ ਇਹ ਤੁਹਾਡੀ ਮਰਜ਼ੀ ਆ, ਤੁਸੀਂ ਪ੍ਰਭੂ ਯਿਸੂ ਮਸੀਹ ਦੀ ਖਿੱਚ ਵੱਲ ਆਕਰਸ਼ਿਤ ਹੋਣਾ ਆ ਕਿ ਜਾਂ ਸੰਸਾਰ ਦੀ ਖਿੱਚ ਵੱਲ ਆਕਰਸ਼ਿਤ ਹੋਣਾ ਹੈ। ਪ੍ਰਭੂ ਨੇ ਰਸਤੇ ਖੋਲ ਦਿੱਤੇ ਨੇ। ਪ੍ਰਭੂ ਨੇ ਸਵਰਗ ਉਠਾਏ ਜਾਣ ਦਾ ਰਸਤਾ ਸਾਡੇ ਵਾਸਤੇ ਕੀ ਕਰ ਦਿੱਤਾ ਆ? ਖੋਲ ਦਿੱਤਾ, ਜਿਹੜਾ ਆਦਮ ਦੇ ਸਮੇਂ ਤੋਂ ਬੰਦ ਹੋ ਗਿਆ ਸੀ। ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਦੁਆਰਾ ਸਾਡੇ ਲਈ ਕੀ ਕਰ ਦਿੱਤਾ? ਉਸ ਰਸਤੇ ਨੂੰ ਖੋਲ ਦਿੱਤਾ। ਅੱਗੇ ਪੜ੍ਹੀਏ ਜੀ ਯੋਹਨਾ ਦੀ ਇੰਜੀਲ 16 ਬਾਬ ਉਹਦਾ 11 ਵਚਨ। ਨਿਆਂ ਦੇ ਵਿਖੇ ਇਸ ਲਈ ਜੋ ਇਸ ਜਗਤ ਦੇ ਸਰਦਾਰ ਦਾ ਨਿਆਂ ਕੀਤਾ ਗਿਆ ਹੈ। ਪਹਿਲੇ ਕੀ ਕਹਿੰਦਾ? ਇਸ ਜਗਤ ਦੇ ਸਰਦਾਰ ਦਾ ਕੀ ਕੀਤਾ ਜਾਵੇਗਾ? ਨਿਆਂ ਕੀਤਾ ਜਾਏਗਾ। ਹੁਣ 16 ਚ ਕੀ ਕਹਿੰਦਾ? ਇਸ ਜਗਤ ਦੇ ਸਰਦਾਰ ਦਾ ਕੀ ਕਰ ਦਿੱਤਾ ਗਿਆ ਆ? ਨਿਆਂ ਕਰ ਦਿੱਤਾ ਗਿਆ ਆ। ਹਾਂ, ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ, ਹਾਂ, ਪਰ ਹੁਣੇ ਤੁਸੀਂ ਸਹਾਰ ਨਹੀਂ ਸਕਦੇ। ਹਾਂ, ਕਹਿੰਦਾ ਇਸ ਜਗਤ ਦੇ ਸਰਦਾਰ ਦਾ ਕੀ ਕਰ ਦਿੱਤਾ ਗਿਆ? ਨਿਆਂ ਕਰ ਦਿੱਤਾ ਗਿਆ। ਉਹਦੀ ਸਜ਼ਾ ਲਿਖ ਦਿੱਤੀ ਗਈ ਹੈ। ਉਹਦਾ ਨਿਆਂ ਹੋ ਗਿਆ ਆ। ਇੱਕ ਦਿਨ ਪਰਮੇਸ਼ਰ ਇਸ ਸਾਰੀ ਧਰਤੀ ਦਾ ਵੀ ਕੀ ਕਰਨੀ ਜਾ ਰਿਹਾ? ਇੱਕ ਇੱਕ ਇਨਸਾਨ ਦਾ ਕੀ ਕਰਨੀ ਜਾ ਰਿਹਾ? ਹੁਣ ਜੇਕਰ ਇਹਨਾਂ ਵਚਨਾਂ ਨੂੰ ਅਸੀਂ ਵੇਖੀਏ ਤਾਂ ਇਹਨਾਂ ਵਚਨਾਂ ਦੇ ਸਾਹਮਣੇ ਸਾਡੇ ਬਹਾਨੇ ਟਿਕਦੇ ਨੇ। ਕਿਉਂਕਿ ਬਹਾਨਾ ਲਾ ਸਕਦੇ ਪਰਮੇਸ਼ਰ ਨੇ? ਅਸੀਂ ਮੈਨੂੰ ਸੰਸਾਰ ਨੇ ਭਰਮਾ ਲਿਆ, ਮੈਂ ਸੰਸਾਰ ਦੇ ਅਗੋਸ਼ ਚ ਆ ਗਿਆ, ਮੈਂ ਸੰਸਾਰ ਦੀ ਖਿੱਚ ਦੇ ਵਿੱਚ ਆ ਗਿਆ,
ਸੰਸਾਰ ਨੇ ਮੇਰੇ ਨਾਲ ਕਰਤਾ, ਸੰਸਾਰ ਨੇ ਮੇਰੇ ਨਾਲ। ਪ੍ਰਭੂ ਕਹਿੰਦਾ ਮੈਂ ਜਿੱਤ ਲਿਆ ਉਹਨੂੰ। ਹੁਣ ਤੁਸੀਂ ਜੇਕਰ ਮਰੋਗੇ ਜਾਂ ਤੁਸੀਂ ਸੰਸਾਰ ਦੇ ਵਿੱਚ ਵੜੋਗੇ ਤਾਂ ਤੁਹਾਡੀ ਆਪਣੀ ਇੱਛਾ ਹੈ। ਸ਼ੈਤਾਨ ਕੁਝ ਨਹੀਂ ਕਰ ਸਕਦਾ ਜਿਹੜੇ ਫਤਿਹਮੰਦ ਜੀਵਨ ਜੀਣਾ ਚਾਹੁੰਦੇ ਨੇ। ਇਸ ਕਾਰਨ ਇਸ ਸੰਸਾਰ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੀ ਜਿੱਤ ਨੂੰ ਰੱਖੋ। ਜਿਸ ਤਰ੍ਹਾਂ ਇਸ ਏਸੀ ਦੇ ਰਿਮੋਟ ਦੇ ਉੱਤੇ ਮੈਂ ਆਪਣਾ ਹੱਥ ਰੱਖ ਰਿਹਾ, ਇਹ ਉਹ ਸੰਸਾਰ ਆ, ਇਹ ਕੀ ਆ? ਉਹਦੀ ਜਿੱਤ ਆ। ਸੰਸਾਰ ਤੂੰ ਜਿੱਤ ਲਿਆ ਗਿਆ ਆ, ਤੂੰ ਮੇਰੇ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਕੀ ਕਰ ਲਿਆ ਗਿਆ ਆ? ਜਿੱਤ ਲਿਆ ਗਿਆ। ਹਮੇਸ਼ਾ ਇਹ ਸੰਸਾਰ ਨਾ ਦਿਖੇ, ਤੁਹਾਨੂੰ ਕੀ ਦਿਖੇ? ਪ੍ਰਭੂ ਯਿਸੂ ਮਸੀਹ ਦੀ ਇਹਦੇ ਉੱਪਰ ਪਾਈ ਹੋਈ ਜਿੱਤ। ਹਾਲੇਲੂਇਆ, ਹਾਲੇਲੂਇਆ। ਇਸ ਸੰਸਾਰ ਤੋਂ ਅਲੱਗ ਰਹੋ ਔਰ ਪ੍ਰਭੂ ਯਿਸੂ ਮਸੀਹ ਦੀ ਜਿੱਤ ਨੂੰ ਹਮੇਸ਼ਾ ਯਾਦ ਰੱਖੋ। ਇਸ ਸੰਸਾਰ ਤੇ ਸ਼ੈਤਾਨ ਨੂੰ ਪ੍ਰਭੂ ਯਿਸੂ ਮਸੀਹ ਨੇ ਕੀ ਕਰ ਲਿਆ ਆ? ਹਰਾਤਾ ਔਰ ਜਿੱਤ ਲਿਆ ਆ। ਹਾਲੇਲੂਇਆ। ਇਸ ਤਰੀਕੇ ਦੇ ਨਾਲ ਤੁਸੀਂ ਇਸ ਸੰਸਾਰ ਤੇ ਕੀ ਪਾ ਸਕਦੇ ਹੋ? ਫਤਿਹ ਪਾ ਸਕਦੇ ਹੋ। ਅੱਗੇ ਪੜ੍ਹਦੇ ਹਾਂ ਜੀ। ਨੰਬਰ 3, ਫਿਰ ਪ੍ਰਭੂ ਦੀ ਹਜ਼ੂਰੀ ਨੂੰ ਆਪਣੇ ਅੰਦਰ ਪਹਿਚਾਨੋ। ਹੁਣ ਪ੍ਰਭੂ ਤੁਹਾਡੇ ਕਿੱਥੇ ਆ? ਅੰਦਰ। ਉਹਨੂੰ ਪਹਿਚਾਨਣਾ ਆ ਕਿ ਪਰਮੇਸ਼ਰ ਹੁਣ ਕਿੱਥੇ ਬੈਠਾ ਆ? ਪਰਮੇਸ਼ਰ ਮੇਰੇ ਅੰਦਰ ਆ। ਪੜ੍ਹੀਏ ਪਹਿਲਾ ਯਹੋਨਾ 4 ਬਾਬ ਉਹਦਾ 4 ਵਚਨ। ਪਹਿਲਾ ਯਹੋਨਾ 4 ਬਾਬ 4 ਵਚਨ। ਹੇ ਬੱਚਿਓ, ਤੁਸੀਂ ਤਾਂ ਪਰਮੇਸ਼ਰ ਤੋਂ ਹੋ ਅਤੇ ਉਹਨਾਂ ਨੂੰ ਜਿੱਤ ਲਿਆ ਹੈ, ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੋ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ। ਕੀ ਕਹਿੰਦਾ ਪਰਮੇਸ਼ਰ ਦਾ ਵਚਨ? ਕਹਿੰਦਾ ਜਿਹੜਾ ਤੁਹਾਡੇ ਅੰਦਰ ਆ ਨਾ, ਉਹ ਐਡਾ ਵੱਡਾ ਆ ਨਾ ਕਿ ਸੰਸਾਰ ਤੇ ਉਹਦੇ ਵਰਗਾ ਕੋਈ ਹੈ ਹੀ। ਜੇ ਸ਼ੈਤਾਨ ਜਿੱਡਾ ਮਰਜੀ ਵਿਕਰਾਲ ਰੂਪ, ਸ਼ੈਤਾਨ ਜਿੱਡਾ ਮਰਜੀ ਵੱਡਾ ਬਣ ਕੇ ਆਵੇ, ਹਾਂ, ਸ਼ੈਤਾਨ ਜਿਸ ਤਰ੍ਹਾਂ ਮਰਜੀ ਤੁਹਾਨੂੰ ਭਰਮਾਉਣ ਦੀ ਕੋਸ਼ਿਸ਼ ਕਿਉਂ ਨਾ ਕਰੇ, ਪਰ ਕਹਿੰਦਾ ਜਰਾ ਆਪਣੇ ਅੰਦਰ ਝਾਤੀ ਮਾਰ ਲਿਓ, ਆਪਣੇ ਅੰਦਰ ਪ੍ਰਭੂ ਦੀ ਹਜ਼ੂਰੀ ਨੂੰ ਪਹਿਚਾਨ ਲਿਓ। ਜਿਹੜਾ ਤੁਹਾਡੇ ਅੰਦਰ ਆ ਨਾ, ਉਹ ਸੰਸਾਰ ਨਾਲੋਂ ਕੀ ਆ? ਵੱਡਾ ਹੈ। ਔਰ ਪ੍ਰਭੂ ਦਾ ਅੰਦਰ ਰਹਿਣਾ, ਯਾਦ ਰੱਖਿਓ, ਪ੍ਰਭੂ ਦਾ ਅੰਦਰ ਰਹਿਣਾ ਸੰਸਾਰ ਨੂੰ ਬਾਹਰ ਰੱਖਦਾ ਆ। ਜਦੋਂ ਤੁਸੀਂ ਪ੍ਰਭੂ ਨੂੰ ਅੰਦਰ ਰੱਖੋਗੇ, ਜਦੋਂ ਪ੍ਰਭੂ ਤੁਹਾਡੇ ਅੰਦਰ ਆਏਗਾ, ਸੰਸਾਰ ਆਪੇ ਕੀ ਕਰੇਗਾ? ਬਾਹਰ ਜਾਏਗਾ। ਇੱਥੋਂ ਸਾਡੀ ਪਹਿਚਾਣ ਵੀ ਹੁੰਦੀ ਹੈ। ਅਸੀਂ ਕਹਿੰਦੇ ਪ੍ਰਭੂ ਮੇਰੇ ਅੰਦਰ, ਪ੍ਰਭੂ ਮੇਰੇ ਨਾਲ, ਪ੍ਰਭੂ ਮੇਰੀ ਅਗਵਾਈ ਕਰ ਰਿਹਾ। ਪਰ ਜੇ ਸੰਸਾਰ ਦੇਖ ਰਿਹਾ ਨਾ, ਜੇ ਸਾਡੇ ਸਰੀਰ ਤੋਂ, ਸਾਡੇ ਇਸ ਦੇਹੀ ਤੋਂ ਜਾਂ ਸਾਡੇ ਕਿਸੇ ਵੀ ਕੰਮ ਤੋਂ ਸੰਸਾਰ ਝਲਕ ਰਿਹਾ, ਤੇ ਉਥੋਂ ਕੀ ਪਤਾ ਲੱਗ ਜਾਵੇਗਾ? ਪ੍ਰਭੂ ਹਜੇ ਅੰਦਰ ਨਹੀਂ ਆ। ਜਿਹਦੇ ਅੰਦਰ ਪ੍ਰਭੂ ਆ, ਉਹਦੇ ਅੰਦਰ ਸੰਸਾਰ ਨਹੀਂ ਰਹਿ ਸਕਦਾ। ਕਿਉਂਕਿ ਜਿੱਥੇ ਹਨੇਰਾ ਆ, ਜਿੱਥੇ ਚਾਨਣ ਆ, ਉੱਥੇ ਹਨੇਰਾ ਕੀ ਨਹੀਂ ਕਰ ਸਕਦਾ? ਰਹਿ ਹੀ ਨਹੀਂ ਸਕਦਾ, ਟਿਕ ਹੀ ਨਹੀਂ ਸਕਦਾ। ਇਸ ਕਾਰਨ ਪ੍ਰਭੂ ਦੀ ਹਜ਼ੂਰੀ ਨੂੰ ਕੀ ਕਰੋ? ਆਪਣੇ ਅੰਦਰ ਮਹਿਸੂਸ ਕਰੋ। ਚੌਥਾ ਪਦ, ਹਮੇਸ਼ਾ ਕਿ ਸੰਸਾਰ ਇੱਕ ਦੁਸ਼ਮਣ ਆ। ਜਿਸ ਤਰ੍ਹਾਂ ਤੁਸੀਂ ਆਪਣੇ ਦੁਸ਼ਮਣਾਂ ਨੂੰ ਚੇਤੇ ਰੱਖਦੇ ਹੋ ਨਾ, ਜੇਕਰ ਤੁਹਾਡੇ ਸਰੀਰਕ ਤੌਰ ਤੇ ਕਿਸੇ ਦਾ ਕੋਈ ਦੁਸ਼ਮਣ ਹੈ, ਆਤਮਿਕ ਤੌਰ ਤੇ ਸਾਡਾ ਕੋਈ ਦੁਸ਼ਮਣ ਨਹੀਂ, ਸਿਰਫ ਸੰਸਾਰ ਦੁਸ਼ਮਣ ਹੈ। ਜਿਸ ਤਰ੍ਹਾਂ ਤੁਸੀਂ ਇੱਕ ਦੁਸ਼ਮਣ ਨੂੰ ਔਰ ਉਹਦੀਆਂ ਗਤੀਵਿਧੀਆਂ ਨੂੰ, ਕਈ ਦੇਸ਼ ਇੱਕ ਦੂਸਰੇ ਨੂੰ ਆਪਣੇ ਕੀ ਸਮਝਦੇ ਨੇ? ਦੁਸ਼ਮਣ ਸਮਝਦੇ ਨੇ। ਔਰ ਉਹਨਾਂ ਦੀ ਗਤੀਵਿਧੀ ਤੇ ਕੀ ਰੱਖਦੇ ਨੇ? ਉਹ ਨਜ਼ਰ ਰੱਖਦੇ ਕਿਤੇ ਇਹ ਸਾਡੇ ਤੇ ਕੀ ਨਾ ਕਰ ਦੇਣ, ਹਮਲਾ ਨਾ ਕਰ ਦੇਣ, ਜਾਂ ਸਾਡੇ ਤੇ ਹਾਵੀ ਨਾ ਹੋ ਜਾਣ। ਇਸੇ ਤਰ੍ਹਾਂ ਇੱਕ ਦੁਸ਼ਮਣ ਦੀ ਤਰ੍ਹਾਂ ਜਦੋਂ ਤੁਸੀਂ ਇਸ ਸੰਸਾਰ ਨੂੰ ਇੱਕ ਦੁਸ਼ਮਣ ਸਮਝੋਗੇ, ਕਦੀ ਵੀ ਸੰਸਾਰ ਦੇ ਪ੍ਰਭਾਵ ਹੇਠ ਨਹੀਂ ਆਓਗੇ, ਕਦੀ ਵੀ ਸੰਸਾਰ ਤੁਹਾਨੂੰ ਭਰਮਾਏਗਾ ਨਹੀਂ। ਪੜ੍ਹੀਏ ਜੀ ਪਹਿਲਾ ਯਾਕੂਬ ਦੀ ਪੱਤਰੀ 4 ਬਾਬ ਉਹਦਾ 4 ਵਚਨ। ਯਾਕੂਬ ਦੀ 4 ਬਾਬ ਵਿਚਾਰਨੋ, ਕੀ ਤੁਹਾਨੂੰ ਮਾਲੂਮ ਨਹੀਂ ਭਈ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਦਾ ਵੈਰ ਹੈ? ਕਹਿੰਦਾ ਹੈ ਵਿਚਾਰਿਓ, ਕੀ ਤੁਹਾਨੂੰ ਪਤਾ ਨਹੀਂ ਕਿ ਸੰਸਾਰ ਦਾ ਮਿੱਤਰਚਾਰਾ ਕੀ ਹੈ? ਇੱਥੇ ਵਿਚਾਰ ਨੂੰ ਕਿਉਂ ਕਿਹਾ ਹੈ? ਦਰਸਾਉਂਦਾ ਹੈ ਇਸਤਰੀ ਲਿੰਗ ਨੂੰ, ਔਰ ਪਰਮੇਸ਼ਰ ਦੀ ਕਲੀਸਿਆ ਵੀ ਦਰਸਾਉਂਦੀ ਹੈ ਇਸਤਰੀ ਲਿੰਗ ਨੂੰ। ਇਸ ਕਾਰਨ ਕਲੀਸਿਆ, ਅਸੀਂ ਵੀ, ਇੱਕ ਆਦਮੀ ਵੀ ਔਰ ਇੱਕ ਔਰਤ ਵੀ ਪਰਮੇਸ਼ਰ ਦੀ ਕਲੀਸਿਆ, ਪਰਮੇਸ਼ਰ ਦੀ ਦੁਲਹਨ ਆ। ਵਿੱਚ ਆ ਅਸੀਂ ਸਭ ਇੱਕ ਅਲੱਗ-ਅਲੱਗ ਦੁਲਹਨ ਆ। ਔਰ ਸਾਨੂੰ ਸਭਨਾਂ ਨੂੰ ਕੀ ਕਿਹਾ ਗਿਆ? ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਵੀ ਸਮਝਾ ਰਿਹਾ ਸੀ ਮੈਂ, ਕਿ ਇੱਕ ਵਿਸ਼ਵਾਸੀ ਪ੍ਰਭੂ ਯਿਸੂ ਮਸੀਹ ਦੇ ਨਾਲ ਵਿਆਹ ਹੋਇਆ। ਇੱਕ ਵਿਸ਼ਵਾਸੀ ਮਾਨੋ ਕਿਸ ਤਰ੍ਹਾਂ? ਜਿਸ ਤਰ੍ਹਾਂ ਕੀ ਆ? ਪ੍ਰਭੂ ਯਿਸੂ ਮਸੀਹ ਦੇ ਨਾਲ
ਵਿਆਹਿਆ ਹੋਇਆ ਤੇ ਹੁਣ ਸਾਡੀ ਪੂਰੀ ਵਫਾਦਾਰੀ, ਪ੍ਰਭੂ ਯਿਸੂ ਮਸੀਹ ਆਪਣੇ ਪ੍ਰਤੀ ਸਾਡੀ ਪੂਰੀ ਵਫਾਦਾਰੀ ਚਾਹੁੰਦਾ ਔਰ ਪੂਰੀ ਵਫਾਦਾਰੀ ਮੰਗਦਾ ਹੈ। ਜੇ ਅਸੀਂ ਉਹਦੇ ਪ੍ਰਤੀ ਵਫਾਦਾਰ ਨਹੀਂ ਰਹੇ, ਅਸੀਂ ਵਿਭਚਾਰਨਾ ਆ। ਇਸੇ ਕਾਰਨ ਪਰਮੇਸ਼ਰ ਦਾ ਵਚਨ ਕਹਿੰਦਾ, ਹੇ ਵਿਭਚਾਰਨੋ। ਵਿਭਚਾਰਨੋ ਕਹਿਣ ਤੋਂ ਮਤਲਬ ਤੁਸੀਂ ਸਦਾਉਂਦੇ ਮੇਰੇ ਹੋ, ਆਪਣਾ ਪਰਮੇਸ਼ਰ ਤੁਸੀਂ ਮੈਨੂੰ ਕਹਿੰਦੇ ਹੋ, ਆਪਣਾ ਪਤੀ ਤੁਸੀਂ ਮੈਨੂੰ ਕਹਿੰਦੇ ਹੋ, ਪਰ ਮਰਜ਼ੀ ਕਿਹਦੀ ਪੂਰੀ ਕਰਦੇ ਹੋ? ਸ਼ੈਤਾਨ ਦੀ। ਤੁਸੀਂ ਆਪਣਾ ਸਭ ਕੁਝ ਮੈਨੂੰ ਕਹਿੰਦੇ ਹੋ, ਪਰ ਕਰਦੇ ਸਭ ਕੁਝ ਕਿਹਦੇ ਅਨੁਸਾਰ ਜੇ? ਮਰਜ਼ੀ ਉਹਦੀ ਪੂਰੀ ਕਰਦੇ। ਇਹ ਤੁਹਾਡਾ ਇੱਕ ਆਤਮਿਕ ਵਿਭਚਾਰ ਆ। ਤੁਸੀਂ ਆਤਮਿਕ ਤੌਰ ਤੇ ਮੇਰੇ ਨਾਲ ਵਿਭਚਾਰ ਕਰ ਰਹੇ ਹੋ। ਇਸ ਕਾਰਨ ਪਰਮੇਸ਼ਰ ਕਹਿੰਦਾ, ਹੇ ਵਿਭਚਾਰਨੋ, ਹਾਂ, ਕੀ ਤੁਹਾਨੂੰ ਮਾਲੂਮ ਨਹੀਂ? ਕਹਿੰਦਾ ਤੁਹਾਨੂੰ ਇਹ ਮਾਲੂਮ ਨਹੀਂ, ਤੇ ਅੱਜ ਪਤਾ ਹੋ ਜਾਵੇ, ਅੱਜ ਮਾਲੂਮ ਹੋ ਜਾਵੇ। ਹਾਂ, ਵੀ ਸੰਸਾਰ ਦਾ ਮਿੱਤਰਚਾਰਾ ਤੁਸੀਂ ਪਰਮੇਸ਼ਰ ਦਾ- ਜੇਕਰ ਸੰਸਾਰ ਦੇ ਨਾਲ ਰਲੇ ਮਿਲੇ ਰਹੇ, ਤੁਸੀਂ ਸੰਸਾਰ ਦੇ ਨਾਲ ਮਿੱਤਰਚਾਰਾ ਕੀਤਾ, ਤੇ ਇਹਦਾ ਮਤਲਬ ਕੀ ਆ? ਹਾਂ, ਪਰਮੇਸ਼ਰ ਦਾ ਵੈਰ ਹੈ। ਇਹਦਾ ਮਤਲਬ ਪਰਮੇਸ਼ਰ ਦੇ ਤੁਸੀਂ ਵੈਰੀ ਹੋ। ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਦਾ ਕੀ ਆ? ਵੈਰ ਹੈ। ਜੇਕਰ ਅਸੀਂ ਪਰਮੇਸ਼ਰ ਦੇ ਪੱਖ 'ਚ ਬੋਲਦੇ ਆ, ਫਿਰ ਸੰਸਾਰ ਦੇ ਅਸੀਂ ਕੀ ਹੋ ਜਾਂਦੇ ਆ? ਵਿਰੋਧੀ। ਤੇ ਜੇਕਰ ਅਸੀਂ ਸੰਸਾਰ ਦੇ ਪੱਖ 'ਚ ਰਹਿੰਦੇ ਆ, ਤੇ ਪਰਮੇਸ਼ਰ ਦੇ ਕੀ ਹੋ ਜਾਂਦੇ ਆ? ਪਰਮੇਸ਼ਰ ਇੱਕ ਲਫ਼ਜ਼ ਕਹਿੰਦਾ, ਵੈਰੀ। ਕਹਿੰਦਾ ਕੀ ਤੁਹਾਨੂੰ ਪਤਾ ਨਹੀਂ ਆ ਕਿ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਦਾ ਕੀ ਆ? ਵੈਰ ਹੈ। ਹਾਂ, ਪੜੋ। ਫਿਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ, ਕਹਿੰਦਾ ਯਾਦ ਰੱਖ ਲਓ, ਜੇਕਰ ਤੁਸੀਂ ਸੰਸਾਰ ਦੇ ਦੋਸਤ ਬਣਨਾ ਚਾਹੁੰਦੇ ਹੋ ਨਾ, ਹਾਂ, ਸੋ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ। ਫਿਰ ਤੁਸੀਂ ਕੀ ਕਰ ਰਹੇ ਹੋ? ਆਪਣੇ ਆਪ ਨੂੰ ਪਰਮੇਸ਼ਰ ਦੇ ਵੈਰੀ ਬਣਾਓ। ਸ਼ੈਤਾਨ ਦੇ ਨਾਲ ਤੇ ਤੁਸੀਂ ਵੈਰ ਲੈ ਸਕਦੇ ਹੋ, ਸ਼ੈਤਾਨ ਦੇ ਨਾਲ ਤੇ ਤੁਸੀਂ ਪੰਗਾ ਲੈ ਸਕਦੇ ਹੋ ਕਿ ਉਸ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਨਾਲ ਤੁਸੀਂ ਵੈਰ ਕਮਾ ਸਕਦੇ ਹੋ। ਉਹਨੂੰ ਆਪਣਾ ਵੈਰੀ ਬਣਾਉਣਾ ਮਤਲਬ ਹਮੇਸ਼ਾ ਹਮੇਸ਼ਾ ਦੀ ਨਰਕ ਦੀ ਅੱਗ 'ਚ ਸੜਨਾ। ਉਹਨੂੰ ਆਪਣਾ ਵੈਰੀ ਬਣਾਉਣਾ, ਰੋਣਾ ਤੇ ਕਚੀਚੀਆਂ ਦਾ ਵਟਣਾ, ਤੇ ਇੱਕ ਬੂੰਦ ਪਾਣੀ ਲਈ ਕੀ ਕਰਨਾ? ਤਰਸਣਾ। ਉਹਨੂੰ ਆਪਣਾ ਵੈਰੀ ਬਣਾਉਣਾ, ਅਨੰਤ ਕਾਲ ਦੀ ਸਜ਼ਾ ਦੇ ਹੱਕ ਅਧੀਨ ਆਉਣਾ। ਇਸ ਕਰਕੇ ਯਾਦ ਰੱਖ ਲਓ, ਇਹ ਸੰਸਾਰ ਤੁਹਾਡਾ ਦੁਸ਼ਮਣ ਆ। ਸਾਡਾ ਪ੍ਰਭੂ ਯਿਸੂ ਮਸੀਹ ਹੀ ਸਾਡਾ ਅਸਲੀ ਮਿੱਤਰ ਆ। ਸਾਡਾ ਪ੍ਰਭੂ ਯਿਸੂ ਮਸੀਹ ਹੀ ਸਾਡਾ ਅਸਲੀ ਦੋਸਤ ਆ, ਜਿਨਨੇ ਸਾਡੇ ਬਦਲੇ ਕੀ ਦੇ ਦਿੱਤੀ ਆ? ਆਪਣੀ ਜਾਨ ਦੇ ਦਿੱਤੀ। ਐਸਾ ਕੰਮ ਸੰਸਾਰ ਨਹੀਂ ਕਰ ਸਕਦਾ। ਐਸਾ ਕੰਮ ਸੰਸਾਰ ਤੋਂ ਨਹੀਂ ਹੋ ਸਕਦਾ ਜੋ ਪਰਮੇਸ਼ਰ ਨੇ ਕੀ ਕਰਦਾ? ਸਾਡੇ ਲਈ ਕਰ ਦਿੱਤਾ ਹੈ। ਜੇਕਰ ਤੁਸੀਂ ਸੰਸਾਰ ਤੇ ਫਤਹ ਪਾਉਣਾ ਚਾਹੁੰਦੇ ਹੋ, ਸੰਸਾਰ ਦੇ ਨਾਲ ਤੁਹਾਨੂੰ ਇਸ ਤਰੀਕੇ ਦੇ ਨਾਲ ਬਿਹੇਵ ਕਰਨਾ ਪੈਣਾ ਆ, ਇਸ ਤਰੀਕੇ ਦੇ ਨਾਲ ਤੁਹਾਨੂੰ ਇਹਦੇ ਨਾਲ ਵਿਵਹਾਰ ਕਰਨਾ ਪੈਣਾ ਆ ਜਿਸ ਤਰ੍ਹਾਂ ਤੁਸੀਂ ਇੱਕ ਆਪਣੇ ਦੁਸ਼ਮਣ ਦੇ ਨਾਲ ਕਰਦੇ ਹੋ। ਉਹਦੇ ਨਜ਼ਦੀਕ ਨਹੀਂ ਜਾਂਦੇ, ਉਹਦੀ ਗੱਲ ਨਹੀਂ ਸੁਣਦੇ, ਉਹਦੇ ਸਾਹਮਣੇ ਵੀ ਨਹੀਂ ਜਾਂਦੇ, ਉਹਦੀ ਹਰ ਚਾਲ ਤੋਂ ਵਾਕਿਫ ਰਹਿੰਦੇ ਹੋ, ਉਹਦੇ ਤੋਂ ਚਕੰਨਾ ਰਹਿੰਦੇ ਹੋ। ਇਸੇ ਤਰ੍ਹਾਂ ਤੁਸੀਂ ਆਪਣੇ ਆਤਮਿਕ ਜੀਵਨ ਦੀ ਇਸ ਤਰੀਕੇ ਦੇ ਨਾਲ ਰਖਵਾਲੀ ਕਰਨੀ ਆ ਕਿ ਕੀ ਸਮਝਣਾ? ਸੰਸਾਰ ਨੂੰ ਇੱਕ ਆਪਣਾ ਦੁਸ਼ਮਣ ਸਮਝਣਾ। ਜਦੋਂ ਤੁਸੀਂ ਸੰਸਾਰ ਤੋਂ ਅਲੱਗ ਰਹੋਗੇ, ਜਦੋਂ ਤੁਸੀਂ ਸੰਸਾਰ ਤੇ ਪ੍ਰਭੂ ਯਿਸੂ ਮਸੀਹ ਦੀ ਜਿੱਤ ਨੂੰ ਯਾਦ ਰੱਖੋਗੇ, ਜਦੋਂ ਤੁਸੀਂ ਆਪਣੇ ਅੰਦਰ ਪ੍ਰਭੂ ਯਿਸੂ ਨੂੰ ਪਹਿਚਾਣਦੇ ਰਹੋਗੇ, ਜਦੋਂ ਤੁਸੀਂ ਸੰਸਾਰ ਨੂੰ ਇੱਕ ਦੁਸ਼ਮਣ ਦੀ ਤਰ੍ਹਾਂ ਸੋਚੋਗੇ ਜਾਂ ਸੰਸਾਰ ਨੂੰ ਇੱਕ ਦੁਸ਼ਮਣ ਸਮਝੋਗੇ, ਫਿਰ ਤੁਸੀਂ ਇਸ ਸੰਸਾਰ ਤੇ ਜਿੱਤ ਪਾਉਂਦੇ ਜਾਵੋਗੇ। ਹਾਲੇਲੂਇਆ। ਜੇ ਸੰਸਾਰ ਨਾਲ ਮਿਲੇ ਗਲੇ ਰਹੋਗੇ, ਕਦੇ ਵੀ ਸੰਸਾਰ ਤੇ ਜਿੱਤ ਨਹੀਂ ਪਾਈ ਜਾਵੇਗੀ। ਅੱਗੇ ਵਧਦੇ ਹਾਂ ਜੀ। ਪਹਿਲਾ ਯੋਹੰਨਾ 2 ਉਹਦਾ 15 ਵਚਨ। ਪ੍ਰਭੂ ਦੀ ਇੱਕ ਪੱਕੀ ਆਗਿਆ ਆ ਨੰਬਰ 5 ਕਿ ਸੰਸਾਰ ਦੇ ਨਾਲ ਜਰਾ ਵੀ ਮੋਹ ਨਹੀਂ ਰੱਖਣਾ, ਸੰਸਾਰ ਦੇ ਨਾਲ ਜਰਾ ਵੀ ਪਿਆਰ ਨਹੀਂ ਰੱਖਣਾ। ਪੜ੍ਹੀਏ। ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਸੰਸਾਰ ਦੇ ਨਾਲ ਮੋਹ ਨਾ ਰੱਖੋ ਤੇ ਨਾ ਹੀ ਉਹਨਾਂ ਵਸਤਾਂ ਦੇ ਨਾਲ ਜੋ ਕਿ ਕਿਹਦੇ ਚ ਨੇ? ਸੰਸਾਰ ਚ ਨੇ। ਹਾਲੇਲੂਇਆ। ਹਾਲੇਲੂਇਆ। ਕੀ ਹੋ ਸਕੇਗਾ? ਸਾਨੂੰ ਸੰਸਾਰ ਦੀਆਂ ਵਸਤਾਂ ਪ੍ਰਭਾਵਿਤ ਕਰਦੀਆਂ ਨੇ, ਸਾਨੂੰ ਸੰਸਾਰ ਦੀਆਂ ਵਸਤਾਂ ਮੋਹਿਤ ਕਰਦੀਆਂ ਨੇ, ਪਰ ਪਰਮੇਸ਼ਰ ਦੀ ਇੱਕ ਆਗਿਆ ਹੈ, ਤੁਸੀਂ ਸੰਸਾਰ ਨੂੰ ਤੇ ਜੋ ਸੰਸਾਰ ਦੀਆਂ ਵਸਤਾਂ ਨੇ ਉਹਨਾਂ ਦੇ ਨਾਲ ਕੀ ਨਹੀਂ ਰੱਖਣਾ। ਪਰ ਇਹ ਹੋਏਗਾ ਕਿਸ ਤਰ੍ਹਾਂ? ਇਹ ਇਸ ਤਰ੍ਹਾਂ ਸੰਭਵ ਨਹੀਂ ਹੈ। ਇਹਦੇ ਵਾਸਤੇ ਇੱਕ ਕੰਮ ਕਰਨਾ ਪਏਗਾ ਤੁਹਾਨੂੰ। ਜਦੋਂ ਤੁਸੀਂ
ਪ੍ਰਭੂ ਯਿਸੂ ਨਾਲ ਪਿਆਰ ਕਰਨਾ ਸ਼ੁਰੂ ਕਰ ਦੋਗੇ ਨਾ, ਜਦੋਂ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਪਿਆਰ 'ਚ ਬਣੇ ਰਹੋਗੇ, ਫਿਰ ਤੁਸੀਂ ਸੰਸਾਰ ਦੇ ਨਾਲ ਮੋਹ ਨਹੀਂ ਕਰੋਗੇ। ਜਦੋਂ ਤੁਹਾਡਾ ਮੋਹ ਕਿੱਧਰ ਪੈ ਜਾਏਗਾ? ਪਰਮੇਸ਼ਰ ਦੇ ਵੱਲ। ਜੋ ਤੁਹਾਡਾ ਮੋਹ ਕਿੱਧਰ ਪੈ ਜਾਏਗਾ, ਫਿਰ ਹੀ ਤੁਹਾਡਾ ਮੋਹ ਇਹ ਸੰਸਾਰ ਨਾਲੋਂ ਕੀ ਹੋਵੇਗਾ? ਟੁੱਟੇਗਾ। ਇਸ ਕਾਰਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸੰਸਾਰ ਦੇ ਨਾਲ ਮੋਹ ਨਾ ਰੱਖੋ, ਤੇ ਇਹ ਤਦ ਹੀ ਸੰਭਵ ਆ ਜਦੋਂ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਕੀ ਕਰਨਾ ਸ਼ੁਰੂ ਕਰ ਦੋਗੇ? ਪਿਆਰ ਕਰਨਾ ਸ਼ੁਰੂ ਕਰ ਦੋਗੇ। ਜਦੋਂ ਯਿਸੂ ਮਸੀਹ ਦੇ ਨਾਲ ਮੋਹ ਕਰਨਾ ਸ਼ੁਰੂ ਕਰ ਦਿਓਗੇ, ਇਹ ਚੀਜ਼ ਜਦੋਂ ਤੁਸੀਂ ਪਰਮੇਸ਼ਰ ਨਾਲ ਮੋਹ 'ਚ ਵਧੋਗੇ, ਤੁਸੀਂ ਆਟੋਮੈਟਿਕਲੀ ਸੰਸਾਰ ਦੇ ਹਰ ਮੋਹ, ਸੰਸਾਰ ਦੇ ਹਰ ਪ੍ਰਭਾਵ ਤੋਂ ਕੀ ਹੋ ਜਾਓਗੇ? ਦੂਰ ਹੋ ਜਾਓਗੇ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦੀ ਆਗਿਆ, ਸੰਸਾਰ ਤੇ ਸੰਸਾਰ ਦੀਆਂ ਵਸਤਾਂ ਨਾਲ ਕੀ ਨਾ ਰੱਖੋ? ਪਿਆਰ ਨਾ ਰੱਖੋ। ਅੱਗੇ ਪੜ੍ਹਦੇ ਹਾਂ ਜੀ। ਫਿਰ ਲਾਸਟ ਤੇ ਅਸੀਂ ਪੜ੍ਹਦੇ ਹਾਂ 5 ਚੀਜ਼ਾਂ ਹੀ ਸਿੱਖ ਚੁੱਕੇ ਹਾਂ। ਆਪਣੇ ਆਪ ਨੂੰ ਸੰਸਾਰ ਤੋਂ ਕੀ ਰੱਖਣਾ? ਅਲੱਗ ਰੱਖੀਏ। ਫਿਰ ਦੂਸਰਾ, ਪਰਮੇਸ਼ਰ ਨੇ ਇਸ ਸੰਸਾਰ ਨੂੰ ਕੀ ਕਰ ਲਿਆ ਹੈ? ਜਿੱਤ ਲਿਆ। ਉਹਦੀ ਜਿੱਤ ਨੂੰ ਇਸ ਸੰਸਾਰ ਦੇ ਕੀ ਰੱਖੋ? ਉੱਤੇ ਰੱਖੋ। ਤੀਸਰਾ, ਪ੍ਰਭੂ ਦੀ ਹਜ਼ੂਰੀ ਨੂੰ ਆਪਣੇ ਅੰਦਰ ਕੀ ਕਰੋ? ਪਹਿਚਾਣਦੇ ਰਹੋ। ਚੌਥਾ, ਯਾਦ ਰੱਖੋ ਕਿ ਸੰਸਾਰ ਇੱਕ ਕੀ ਹੈ? ਤੁਹਾਡਾ ਦੁਸ਼ਮਣ ਹੈ। ਪੰਜਵਾਂ, ਇਸ ਸੰਸਾਰ ਦੇ ਨਾਲ ਕੀ ਨਾ ਰੱਖੋ। ਹੁਣ ਜਰਾ ਅਸੀਂ ਪੜਾਂਗੇ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਤੇ ਇਸ ਸੰਸਾਰ ਦੇ ਲਈ ਕੀ ਪ੍ਰਾਰਥਨਾ ਕੀਤੀ ਸੀ। ਉਸ ਪ੍ਰਾਰਥਨਾ ਦੇ ਵਿੱਚ ਪੂਰੀ ਪਿਕਚਰ ਕਲੀਅਰ ਹੋ ਕੇ ਸਾਫ਼ ਹੋ ਜਾਵੇਗੀ। ਪ੍ਰਭੂ ਅਸਲ 'ਚ ਕਹਿਣਾ ਕੀ ਚਾਹੁੰਦੇ ਨੇ, ਪ੍ਰਭੂ ਸਾਡੇ ਨਾਲ ਕਰਨਾ ਕੀ ਚਾਹੁੰਦੇ ਨੇ, ਪ੍ਰਭੂ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ। ਆਈਏ ਪੜ੍ਹਦੇ ਹਾਂ ਜੀ। ਯੂਹੰਨਾ ਦੀ ਇੰਜੀਲ 17 ਬਾਬ। ਜਿਹੜੇ ਆਇਤਾਂ ਮੈਂ ਦੱਸਾਂਗਾ ਉਹਨਾਂ ਆਇਤਾਂ ਨੂੰ ਤੁਸੀਂ ਨੋਟ ਕਰਨਾ। 17 ਬਾਬ 'ਚ ਸਾਰੀਆਂ ਆਇਤਾਂ ਨੇ। ਯੂਹੰਨਾ ਦੀ ਇੰਜੀਲ 17 ਬਾਬ, ਉਹਦਾ ਸਭ ਤੋਂ ਪਹਿਲਾਂ ਪੜ੍ਹੀਏ 6 ਵਚਨ। ਜਿਹੜੇ ਮਨੁੱਖ ਤੈਂ ਜਗਤ ਵਿੱਚੋਂ ਮੈਨੂੰ ਦਿੱਤੇ। ਹਾਂ, ਹੁਣ ਇਹ ਪ੍ਰਭੂ ਯਿਸੂ ਮਸੀਹ ਪਿਤਾ ਪਰਮੇਸ਼ਰ ਨੂੰ ਇੱਕ ਗੱਲ ਕਹਿ ਰਿਹਾ ਹੈ, ਪਿਤਾ ਜਿਹੜੇ ਮਨੁੱਖ ਤੂੰ ਜਗਤ ਵਿੱਚੋਂ ਕੱਢ ਕੇ ਕੀ ਕੀਤੇ ਨੇ? ਮੈਨੂੰ ਦਿੱਤੇ ਨੇ। ਹਾਂ, ਉਹਨਾਂ ਉੱਤੇ ਮੈਂ ਤੇਰਾ ਨਾਮ ਪ੍ਰਗਟ ਕੀਤਾ। ਉਹਨਾਂ ਉੱਤੇ ਮੈਂ ਤੇਰਾ ਕੀ ਕੀਤਾ? ਨਾਮ ਪ੍ਰਗਟ ਕੀਤਾ। ਕਿ ਤੁਸੀਂ ਆਪਣੇ ਆਪ ਨੂੰ ਇੰਨੇ ਸੁਭਾਗਿਆਸ਼ਾਲੀ ਨਹੀਂ ਸਮਝਦੇ ਕਿ ਪ੍ਰਭੂ ਪਰਮੇਸ਼ਰ ਨੇ ਤੁਹਾਨੂੰ ਜਗਤ ਵਿੱਚੋਂ ਕੱਢ ਕੇ ਕਿਹਨੂੰ ਦੇ ਦਿੱਤਾ? ਪ੍ਰਭੂ ਯਿਸੂ ਮਸੀਹ। ਅਸੀਂ ਕੀ ਕੀਤੇ ਗਏ ਆ? ਜਗਤ ਚੋਂ ਬਾਹਰ ਕੱਢੇ ਗਏ ਆ। ਤੇ ਜੇ ਜਗਤ ਚੋਂ ਬਾਹਰ ਕੱਢੇ ਗਏ ਆ ਤੇ ਫਿਰ ਅਸੀਂ ਕਿਸ ਤਰ੍ਹਾਂ ਜਗਤ ਜਾ ਸਕਦੇ ਹਾਂ? ਜੇ ਅਸੀਂ ਜਗਤ ਚੋਂ ਬਾਹਰ ਕੱਢੇ ਗਏ ਆ ਫਿਰ ਅਸੀਂ ਕਿਸ ਤਰ੍ਹਾਂ ਜਗਤ ਨਾਲ ਪ੍ਰੇਮ ਕਰ ਸਕਦੇ ਹਾਂ? ਜੇ ਅਸੀਂ ਜਗਤ ਚੋਂ ਬਾਹਰ ਕੱਢੇ ਗਏ ਆ ਫਿਰ ਅਸੀਂ ਕਿਸ ਤਰ੍ਹਾਂ ਜਗਤ ਦੇ ਕਾਰ ਵਿਹਾਰ ਔਰ ਉਹਦੇ ਇਖਤਿਆਰ ਦੇ ਅਨੁਸਾਰ ਚੱਲ ਸਕਦੇ ਹਾਂ? ਯਾਦ ਰੱਖੋ ਪਰਮੇਸ਼ਰ ਕੀ ਕਹਿੰਦਾ? ਤੁਸੀਂ ਜਗਤ ਚੋਂ ਕੀ ਕੀਤੇ ਗਏ ਹੋ? ਪੜੋ ਦੁਬਾਰਾ। ਜਿਹੜੇ ਮਨੁੱਖ ਤੈਂ ਜਗਤ ਵਿੱਚ ਮੈਨੂੰ ਦਿੱਤੇ। ਹਾਂ, ਉਹਨਾਂ ਉੱਤੇ ਮੈਂ ਤੇਰਾ ਨਾਮ ਪ੍ਰਗਟ ਕੀਤਾ। ਉਹਨਾਂ ਉੱਤੇ ਮੈਂ ਕੀ ਕੀਤਾ ਆ? ਤੇਰਾ ਨਾਮ ਪ੍ਰਗਟ ਕੀਤਾ ਆ। ਹੁਣ ਇਹਦੇ 7 ਵੀ ਪੜ ਦੋ। ਹਾਂ, ਹੁਣ ਉਹਨਾਂ ਨੇ ਜਾਣਿਆ ਭਈ ਜੋ ਕੁਝ ਤੈਂ ਮੈਨੂੰ ਦਿੱਤਾ ਹੈ ਸਭ ਕੁਝ ਤੇਰੀ ਵੱਲੋਂ ਹੈ। ਹਾਲੇਲੂਇਆ, ਹਾਲੇਲੂਇਆ। ਹੁਣ ਇਹਦਾ 14 ਵਚਨ ਪੜ ਦਈਏ। ਮੈਂ ਤੇਰਾ ਵਚਨ ਉਹਨਾਂ ਨੂੰ ਦਿੱਤਾ ਹੈ। ਮੈਂ ਤੇਰਾ ਵਚਨ ਉਹਨਾਂ ਨੂੰ ਦਿੱਤਾ ਹੈ। ਅਰ ਜਗਤ ਨੇ ਉਹਨਾਂ ਨਾਲ ਵੈਰ ਕੀਤਾ। ਹਾਂ, ਕਿਉਂ ਜੋ ਉਹ ਜਗਤ ਦੇ ਨਹੀਂ। ਹੁਣ ਅਸੀਂ ਕੀ ਨਹੀਂ ਆ? ਪਹਿਲਾਂ ਕੀ ਕਹਿੰਦਾ? ਤੂੰ ਕੁਝ ਲੋਕਾਂ ਨੂੰ ਜਗਤ ਚੋਂ ਕੱਢ ਕੇ ਕੀ ਕਰ ਦਿੱਤਾ ਆ? ਮੈਨੂੰ ਦਿੱਤਾ। ਫਿਰ ਉਹਨੇ ਸਾਨੂੰ ਜਿਹੜੇ ਕਿ ਅਸੀਂ ਪਰਮੇਸ਼ਰ ਨੂੰ ਦਿੱਤੇ, ਪ੍ਰਭੂ ਯਿਸੂ ਮਸੀਹ ਨੂੰ ਦਿੱਤੇ ਗਏ ਸੀ, ਉਹਨੂੰ ਕੀ ਸੁਣਾਇਆ? ਉਹਨੇ ਵਚਨ ਸੁਣ ਰਹੇ ਹੋ ਤੁਸੀਂ? ਇਸ ਮੋਬਾਈਲ ਦੇ ਦੁਆਰਾ ਸੁਣ ਰਹੇ ਹੋ, ਇੱਥੇ ਬੈਠ ਕੇ ਵੀ ਕੁਝ ਲੋਕ ਸੁਣ ਰਹੇ ਨੇ। ਕਿ ਇਹ ਸਭ ਤੋਂ ਵੱਡੀ ਸੁਭਾਗ ਵਾਲੀ ਗੱਲ ਨਹੀਂ ਕਿ ਸਾਨੂੰ ਪਰਮੇਸ਼ਰ ਨੇ ਪਹਿਲਾਂ ਕੱਢ ਲਿਆ, ਫਿਰ ਪ੍ਰਭੂ ਯਿਸੂ ਮਸੀਹ ਨੇ ਕੀ ਕਰ ਰਿਹਾ ਹੈ? ਆਪਣਾ ਸਾਨੂੰ ਵਚਨ ਦੇ ਰਿਹਾ। ਹਾਂ, ਦੁਬਾਰਾ ਪੜ੍ਹੀਏ ਇਸ ਵਚਨ ਨੂੰ। ਮੈਂ ਤੇਰਾ ਵਚਨ ਉਹਨਾਂ ਨੂੰ ਦਿੱਤਾ ਹੈ। ਮੈਂ ਤੇਰਾ ਵਚਨ ਕਹਿੰਦਾ ਉਹਨਾਂ ਨੂੰ ਦਿੱਤਾ ਹੈ। ਅਰ ਜਗਤ ਨੇ ਉਹਨਾਂ ਨਾਲ ਵੈਰ ਕੀਤਾ। ਯਾਦ ਰੱਖੋ, ਅੱਜ ਤੁਸੀਂ ਜਿਹੜੇ ਵੀ ਤੁਸੀਂ ਇਹ ਵਚਨ ਨੂੰ ਸੁਣ ਰਹੇ ਹੋ, ਹੁਣ ਸੁਣੋਗੇ ਜਾਂ ਬਾਅਦ ਚ ਰਿਕਾਰਡਿੰਗ ਸੁਣੋਗੇ, YouTube ਤੇ ਜਾਂ Facebook ਤੇ ਸੁਣੋਗੇ, ਯਾਦ ਰੱਖਿਓ ਤੁਹਾਨੂੰ ਪਰਮੇਸ਼ਰ ਤਾਂ ਆਪਣਾ ਵਚਨ ਸੁਣਾ ਰਿਹਾ ਕਿਉਂਕਿ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਰ ਦੇ ਦੁਆਰਾ ਦਿੱਤੇ ਗਏ ਹੋ। ਹਾਲੇਲੂਇਆ। ਤੁਹਾਨੂੰ ਇਸ ਯੋਗ ਸਮਝਿਆ, ਤੁਹਾਨੂੰ ਯਿਸੂ ਮਸੀਹ ਦੇ ਸਾਹਮਣੇ ਪੇਸ਼ ਕੀਤਾ ਗਿਆ, ਤੁਹਾਨੂੰ ਇਹਨਾਂ ਵਚਨਾਂ ਦੇ ਸਾਹਮਣੇ ਰੱਖਿਆ ਗਿਆ ਕਿ ਤੁਸੀਂ ਵਚਨ ਸੁਣ ਸਕੋ। ਇਹ ਤੁਹਾਡੀ ਕੋਈ ਖੂਬੀ ਨਹੀਂ ਆ, ਪ੍ਰਭੂ ਦੀ ਦਇਆ ਆ। ਕਹਿੰਦਾ ਤੁਸੀਂ ਨਹੀਂ ਮੈਨੂੰ ਚੁਣਿਆ, ਮੈਂ ਤੁਹਾਨੂੰ ਕੀ ਕੀਤਾ ਸੀ? ਸਾਨੂੰ ਚੁਣਿਆ, ਜਗਤ ਚੋਂ ਬਾਹਰ ਕੱਢਿਆ, ਔਰ ਬਾਹਰ ਕੱਢ ਕੇ ਪਰਮੇਸ਼ਰ ਆਪਣੇ ਵਚਨ ਕੀ ਕਰ ਰਿਹਾ? ਹੁਣ
ਸੁਣਾ ਰਿਹਾ। ਕੀ ਕਹਿੰਦਾ ਹੈ? ਹਾਂਜੀ। ਔਰ ਜਗਤ ਨੇ ਉਹਨਾਂ ਨਾਲ ਵੈਰ ਕੀਤਾ। ਔਰ ਜਗਤ ਹੁਣ ਉਹਨਾਂ ਨਾਲ ਕੀ ਕਰਦਾ ਹੈ? ਕਿਉਂ ਜਗਤ ਨੇ ਵੈਰ ਕੀਤਾ? ਕਿਉਂਕਿ ਹੁਣ ਜਗਤ ਨੂੰ ਪਿਆਰ ਨਹੀਂ ਕਰਦੇ। ਇੱਥੇ ਦੋ ਗੱਲਾਂ ਸਾਬਤ ਹੁੰਦੀਆਂ। ਤੁਸੀਂ ਜੇਕਰ ਜਗਤ ਨੂੰ ਪਿਆਰ ਕਰੋਗੇ, ਪਰਮੇਸ਼ਰ ਤੁਹਾਨੂੰ ਪਿਆਰ ਨਹੀਂ ਕਰੇਗਾ। ਕਹਿੰਦਾ ਤੁਸੀਂ ਜਾਣਦੇ ਜੋ ਵਚਨ ਪੜ੍ਹੇ, ਤੁਸੀਂ ਜਾਣਦੇ ਨਹੀਂ ਜਗਤ ਨਾਲ ਮਿੱਤਰਚਾਰਾ ਪਰਮੇਸ਼ਰ ਦਾ ਕੀ ਹੈ? ਵੈਰ ਹੈ। ਜੇ ਤੁਸੀਂ ਜਗਤ ਨੂੰ ਪਿਆਰ ਕਰੋਗੇ, ਪਰਮੇਸ਼ਰ ਤੁਹਾਨੂੰ ਕਦੇ ਪਿਆਰ ਨਹੀਂ ਕਰੇਗਾ। ਦੂਸਰੀ ਗੱਲ, ਜਦੋਂ ਤੁਸੀਂ ਪਰਮੇਸ਼ਰ ਨੂੰ ਪਿਆਰ ਕਰਨਾ ਸ਼ੁਰੂ ਕਰ ਦੋਗੇ, ਜਗਤ ਤੁਹਾਡਾ ਦੁਸ਼ਮਣ ਹੋ ਜਾਵੇਗਾ। ਇਹ ਜਗਤ ਤੁਹਾਨੂੰ ਪਿਆਰ ਨਹੀਂ ਕਰੇਗਾ। ਦੁਬਾਰਾ ਇਹ ਵਚਨ ਪੜ੍ਹ ਦਈਏ ਜਰਾ। ਅਤੇ ਜਗਤ ਨੇ ਉਹਨਾਂ ਨਾਲ ਵੈਰ ਕੀਤਾ। ਅਤੇ ਜਗਤ ਨੇ ਉਹਨਾਂ ਨਾਲ ਵੈਰ ਕੀਤਾ। ਕਿਉਂ ਜੋ ਉਹ ਜਗਤ ਦੇ ਨਹੀਂ ਹਨ। ਕਿਉਂ ਜੋ ਹੁਣ ਉਹ ਜਗਤ ਦੇ ਨਹੀਂ ਹੋ। ਜਿਵੇਂ ਮੈਂ ਜਗਤ ਦਾ ਨਹੀਂ ਹਾਂ। ਜਿਵੇਂ ਮੈਂ ਵੀ ਕੀ ਨਹੀਂ ਆ। ਜਗਤ ਦਾ ਨਹੀਂ। ਕਲੀਸਿਆ ਇਸ ਚੀਜ਼ ਨੂੰ ਸਮਝੋ। ਪ੍ਰਭੂ ਦੀ ਦੁਲਹਨ ਇਸ ਚੀਜ਼ ਨੂੰ ਸਮਝੇ। ਤੁਸੀਂ ਹੁਣ ਜਗਤ ਦੇ ਨਹੀਂ ਹੋ। ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਇਸ ਜਗਤ ਦਾ ਨਹੀਂ ਆ, ਉਸ ਤਰ੍ਹਾਂ ਤੁਸੀਂ ਵੀ ਕੀ ਨਹੀਂ ਹੋ। ਤੁਹਾਨੂੰ ਆਪਣਾ ਦਰਜਾ ਦੇ ਰਿਹਾ ਹੋ, ਤੁਹਾਨੂੰ ਆਪਣੀ ਸਮਾਨਤਾ ਦੇ ਰਿਹਾ ਹੋ ਕਿ ਜਿਸ ਤਰ੍ਹਾਂ ਮੈਂ ਇਸ ਜਗਤ ਦਾ ਨਹੀਂ ਆ, ਉਸ ਤਰ੍ਹਾਂ ਤੁਸੀਂ ਵੀ ਇਸ ਜਗਤ ਦੇ ਨਹੀਂ ਹੋ। ਇਸੇ ਕਾਰਨ ਉਹ ਤੁਹਾਨੂੰ ਆਪਣਾ ਵਚਨ ਸੁਣਾ ਰਿਹਾ, ਕਿਉਂਕਿ ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਰ ਦੇ ਦੁਆਰਾ ਅਸੀਂ ਪੇਸ਼ ਕੀਤੇ ਆਏ ਹਾਂ। ਉਹ ਸਾਨੂੰ ਆਪਣਾ ਵਚਨ ਸੁਣਾ ਰਿਹਾ ਔਰ ਇਹ ਯਾਦ ਕਰਾ ਰਿਹਾ ਪਰਮੇਸ਼ਰ ਨੂੰ, ਪ੍ਰਭੂ ਤੂੰ ਦਿੱਤੇ ਨੇ। ਔਰ ਹੁਣ ਇਹ ਜਗਤ ਇਹਨਾਂ ਨਾਲ ਕੀ ਕਰ ਰਿਹਾ ਹੈ? ਵੈਰ ਕਰ ਰਿਹਾ, ਕਿਉਂਕਿ ਇਹ ਕਿੱਥੋਂ ਦੇ ਨਹੀਂ ਆ? ਜਗਤ ਦੇ ਨਹੀਂ ਆ। ਜਿਸ ਤਰ੍ਹਾਂ ਮੈਂ ਵੀ ਕੀ ਨਹੀਂ ਆ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੀ ਸਮਾਨਤਾ ਇੱਥੇ ਕੀ ਮਿਲ ਰਹੀ ਹੈ ਸਾਨੂੰ? ਪ੍ਰਭੂ ਯਿਸੂ ਮਸੀਹ ਦੀ ਸਮਾਨਤਾ, ਉਹਦੇ ਵਰਗੇ। ਪੁਰਾਣਾ ਨਿਯਮ ਜਰਾ ਵੇਖੋ। ਆਦਮ ਹਵਾ ਨੂੰ ਪੁੱਛੋ ਕਿ ਤੁਹਾਨੂੰ ਇਹ ਸਮਾਨਤਾ ਮਿਲੀ? ਧੰਨਵਾਦ ਆ, ਅਸੀਂ 2020 ਵੇਖ ਰਹੇ ਹਾਂ। ਇਸ 2020 ਦੇ ਵਿੱਚ ਪਰਮੇਸ਼ਰ ਦੇ ਉਹ ਲੋਕ ਆਏ ਨੇ ਜਿਹੜੇ ਕਿ ਉਹਦੀ ਸਮਾਨਤਾ ਦੇ ਵਿੱਚ ਨੇ। ਕਹਿੰਦਾ ਜਿਸ ਤਰ੍ਹਾਂ ਦਾ ਮੈਂ ਆ, ਉਸ ਤਰ੍ਹਾਂ ਦੇ ਕੀ ਹੋ ਤੁਸੀਂ। ਕਿਉਂ ਕਹਿ ਰਿਹਾ? ਕਿਉਂਕਿ ਸਾਡਾ ਜਨਮ ਵੀ ਪ੍ਰਭੂ ਯਿਸੂ ਮਸੀਹ ਦੇ ਜਨਮ ਦੀ ਤਰ੍ਹਾਂ ਹੋਇਆ। ਬੇਸ਼ੱਕ ਅਸੀਂ ਬਾਇਓਲੋਜੀਕਲ ਜਾਂ ਸਰੀਰਕ ਤੌਰ ਤੇ ਸਰੀਰਕ ਮਾਤਾ ਪਿਤਾ ਤੋਂ ਜਨਮੇ ਆ, ਪਰ ਆਤਮਿਕ ਤੌਰ ਤੇ ਕਿੱਥੋਂ ਜਨਮੇ ਆ? ਪਰਮੇਸ਼ਰ ਦੇ ਵਚਨ ਤੋਂ। ਕਿਹਦੇ ਤੋਂ ਜਨਮੇ ਆ? ਪਰਮੇਸ਼ਰ ਦੇ ਵਚਨ ਦੇ ਰਾਹੀਂ। ਯਿਸੂ ਮਸੀਹ ਵੀ ਕਿਹਦੇ ਰਾਹੀਂ ਜਨਮਿਆ ਸੀ? ਸਿਰਫ ਕੀ ਆਇਆ ਸੀ? ਸੁਣਿਆ ਸੀ ਨਾ, ਤੂੰ ਇੱਕ ਕੀ ਜਨਮੇਗੀ? ਪੁੱਤਰ ਜਨਮੇਗੀ। ਹਾਲੇਲੂਇਆ। ਹਾਲੇਲੂਇਆ। ਇਸ ਨਾਲ ਸੁਣਨ ਦੇ ਦੁਆਰਾ, ਇਹ ਵਚਨਾਂ ਦੁਆਰਾ ਸਾਡਾ ਵੀ ਕੀ ਹੋਇਆ ਹੈ। ਤਾਂ ਹੀ ਸਾਨੂੰ ਕਹਿੰਦਾ ਇਹ ਸਭ ਸੰਸਾਰ ਇਹਨਾਂ ਨਾਲ ਕੀ ਕਰਦਾ ਹੈ? ਕਿਉਂਕਿ ਉਹ ਮੇਰੇ ਨਾਲ ਵੀ ਕੀ ਕਰਦਾ ਹੈ? ਕਿਉਂਕਿ ਅਸੀਂ ਦੋਵੇਂ ਇਸ ਜਗਤ ਦੇ। ਯਿਸੂ ਮਸੀਹ ਤੁਹਾਡੀ ਬਾਹ ਫੜਨਾ ਚਾਹੁੰਦਾ। ਯਿਸੂ ਮਸੀਹ ਤੁਹਾਡੇ ਵਰਗਾ, ਤੁਹਾਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ, ਤੁਹਾਡੇ ਨਾਲ ਰਹਿਣਾ ਚਾਹੁੰਦਾ। ਕਿ ਤੁਸੀਂ ਹਜੇ ਵੀ ਯਿਸੂ ਮਸੀਹ ਦਾ ਹੱਥ ਛੱਡ ਕੇ ਇਸ ਸੰਸਾਰ ਦੇ ਨਾਲ ਰਲਣਾ ਚਾਹੁੰਦੇ? ਯਿਸੂ ਮਸੀਹ ਤੁਹਾਨੂੰ ਆਪਣੀ ਸਮਾਨਤਾ ਦੇ ਰਿਹਾ। ਇਹ ਮੇਰੇ ਵਰਗੇ ਨੇ ਪਿਤਾ। ਕਹਿਣ ਦਾ ਮਤਲਬ ਕੀ ਕਹਿੰਦਾ ਯਿਸੂ ਮਸੀਹ? ਇਹ ਕਿਹਦੇ ਵਰਗੇ ਨੇ? ਇਹ ਮੇਰੇ ਵਰਗੇ ਨੇ। ਹਾਲੇਲੂਇਆ। ਹਾਲੇਲੂਇਆ। ਕੀ ਕਹਿ ਰਿਹਾ ਤੁਹਾਨੂੰ ਪਰਮੇਸ਼ਰ? ਅੱਜ ਇਹਨਾਂ ਵਚਨਾਂ ਦੁਆਰਾ ਆਪਣੀ ਕਲੀਸਿਆ ਨੂੰ ਕੀ ਕਹਿ ਰਿਹਾ? ਅੱਜ ਇਹਨਾਂ ਵਚਨਾਂ ਦੁਆਰਾ ਆਪਣੇ ਲੋਕਾਂ ਨੂੰ ਪਰਮੇਸ਼ਰ ਕੀ ਕਹਿ ਰਿਹਾ? ਜਿਹੜੇ ਤੇ ਸ਼ੈਤਾਨ ਦੇ ਨਾਲ ਵੈਰ ਜਾਂ ਇਸ ਜਗਤ ਨਾਲ ਵੈਰ ਰੱਖਦੇ ਨੇ, ਪਰਮੇਸ਼ਰ ਉਹਨਾਂ ਨੂੰ ਦਰਜਾ ਦੇ ਰਿਹਾ, ਤੁਸੀਂ ਮੇਰੇ ਵਰਗੇ ਹੋ, ਤੁਸੀਂ ਮੇਰੇ ਸਰੂਪ ਤੇ ਹੋ। ਹਾਲੇਲੂਇਆ। ਇਹਦੇ ਤੋਂ ਵੱਡੀ ਸੁਭਾਗ ਵਾਲੀ ਗੱਲ ਹੈਗੀ ਕੋਈ? ਕਿਹਦੀ ਸਮਾਨਤਾ? ਇਹ ਸਮਾਨਤਾ ਫੇਰ ਵਾਪਸ ਆ ਗਈ, ਜਿਹੜੀ ਸਮਾਨਤਾ ਅਦਨ ਦੇ ਬਾਗ ਚ ਕੀ ਹੋ ਗਈ ਸੀ? ਖਤਮ ਹੋ ਗਈ ਸੀ। ਪਰਮੇਸ਼ਰ ਨੇ ਸ਼ੁਰੂਆਤ ਇਨਸਾਨ ਨੂੰ ਕਿਹਦੇ ਵਰਗਾ ਬਣਾਇਆ ਸੀ? ਲਿਖਿਆ ਆਪਣੇ ਸਰੂਪ ਤੇ। ਪਰ ਬਾਅਦ ਚ ਸਰੂਪ ਕੀ ਹੋ ਗਿਆ? ਵਿਗੜ ਗਿਆ। ਹੁਣ ਸਰੂਪ ਫੇਰ ਵਾਪਸ ਆਇਆ। ਕਿੰਨੇ ਦਵਾਇਆ? ਪ੍ਰਭੂ ਯਿਸੂ ਮਸੀਹ ਨੇ। ਇਹ ਹੋਏਗਾ ਕਿਸ ਤਰ੍ਹਾਂ? ਜਦੋਂ ਅਸੀਂ ਇਸ ਸੰਸਾਰ ਦੇ ਨਾਲ ਕੀ ਕਰਾਂਗੇ? ਵੈਰ ਕਰਾਂਗੇ। ਜਦੋਂ ਇਸ ਸੰਸਾਰ ਦੀ ਨਹੀਂ ਮੰਨਾਂਗੇ, ਸੰਸਾਰ ਚੋਂ ਬਾਹਰ ਆ ਕੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਬੈਠ ਕੇ ਉਹਦੇ ਵਚਨਾਂ ਨੂੰ ਸੁਣਾਂਗੇ, ਉਹਦੇ ਵਚਨਾਂ ਨੂੰ ਕਬੂਲ ਕਰਾਂਗੇ ਤੇ ਉਹਦੇ ਤੇ ਚੱਲਾਂਗੇ, ਫਿਰ ਪਰਮੇਸ਼ਰ ਕਹਿੰਦਾ ਇਹ ਕਿਹਦੇ ਵਰਗੇ ਨੇ? ਇਹ ਮੇਰੇ ਵਰਗੇ ਨੇ। ਇੱਕ ਵਾਰ ਫਿਰ ਇਹਦੀ 14 ਆਇਤ ਦੁਬਾਰਾ ਪੜ੍ਹ ਦਈਏ। ਮੈਂ ਤੇਰਾ ਵਚਨ ਉਹਨਾਂ ਨੂੰ ਦਿੱਤਾ ਹੈ। ਮੈਂ ਤੇਰਾ ਵਚਨ ਉਹਨਾਂ ਨੂੰ ਦਿੱਤਾ ਹੈ। ਔਰ ਜਗਤ ਨੇ ਉਹਨਾਂ ਨਾਲ ਵੈਰ ਕੀਤਾ। ਔਰ ਜਗਤ ਨੇ ਉਹਨਾਂ ਨਾਲ ਵੈਰ ਕੀਤਾ। ਕਿਉਂ ਜੋ ਉਹ ਜਗਤ ਦੇ ਨਹੀਂ ਹਨ। ਹਾਲੇਲੂਇਆ। ਇਹ ਗੱਲ ਜਿਹੜੀ ਪ੍ਰਭੂ ਯਿਸੂ ਮਸੀਹ ਕਹਿ ਰਿਹਾ, ਇਹ ਜਗਤ ਦੇ ਨਹੀਂ ਆ। ਤੇ ਫਿਰ ਹੁਣ ਕਿਹਦੇ ਅਸੀਂ? ਅਸੀਂ ਇਸ ਜਗਤ ਦੇ ਨਹੀਂ ਆ। ਇਹ ਕਹਿਣ ਦਾ ਮਤਲਬ ਹੁਣ ਅਸੀਂ ਸਵਰਗ ਦੇ ਹਾਂ। ਹਾਲੇਲੂਇਆ। ਹਾਲੇਲੂਇਆ। ਹੁਣ ਸਵਰਗੀ ਆ ਅਸੀਂ, ਹੁਣ ਇਸ ਜਗਤ ਦੇ ਨਹੀਂ ਆ। ਹਾਂ, ਕਿਉਂ ਜੋ ਮੈਂ ਵੀ ਇਸ ਜਗਤ ਦਾ ਨਹੀਂ ਹਾਂ। ਜਿਵੇਂ ਮੈਂ ਵੀ ਇਸ ਜਗਤ ਦਾ ਨਹੀਂ ਆ। ਇਹਦਾ ਤੁਸੀਂ 15 ਵਚਨ ਵੀ ਪੜ੍ਹਦੇ ਆ।
ਮੈਂ ਇਹ ਬੇਨਤੀ ਨਹੀਂ ਕਰਦਾ ਕਹਿੰਦਾ ਹੁਣ ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਉਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ। ਤੂੰ ਉਹਨਾਂ ਨੂੰ ਜਗਤ ਚੋਂ ਕੀ ਕਰ ਲਵੇਂ, ਚੁੱਕ ਲਵੇਂ। ਇਹ ਨਹੀਂ ਕਹਿੰਦਾ ਕਿ ਪਰਮੇਸ਼ਰ ਹੁਣੇ ਸਾਨੂੰ ਜਗਤ ਚੋਂ ਕੀ ਕਰ ਲਵੇ, ਚੁੱਕ ਲਵੇ। ਹਾਂ, ਪਰ ਇਹ ਜੋ ਤੂੰ ਦੁਸ਼ਟ ਤੋਂ ਉਹਨਾਂ ਦੀ ਰੱਖਿਆ ਕਰੇ। ਹਾਲੇਲੂਇਆ। ਉਹ ਸਾਡੀ ਫਿਰ ਦੁਸ਼ਟ ਤੋਂ ਕੀ ਕਰਦਾ ਆ, ਰੱਖਿਆ ਵੀ ਕਰਦਾ। ਪੜ੍ਹੀਏ 16 ਵਚਨ ਪੜ੍ਹ ਦਈਏ। ਉਹ ਜਗਤ ਦੇ ਨਹੀਂ ਹਨ, ਉਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ। ਜਿਵੇਂ ਮੈਂ ਕੀ ਹਾਂ। ਦੋ ਵਾਰ ਪਰਮੇਸ਼ਰ ਨੇ ਇਸੇ 2 ਆਇਤਾਂ ਦੇ ਵਿੱਚ 2 ਵਾਰ ਇਹ ਗੱਲ ਦਾ ਬਿਆਨ ਕਰ ਦਿੱਤਾ। ਕਹਿੰਦਾ ਜਿਸ ਤਰ੍ਹਾਂ ਤੁਸੀਂ ਇਸ ਜਗਤ ਦੇ ਨਹੀਂ ਹੋ, ਉਸ ਤਰ੍ਹਾਂ ਮੈਂ ਵੀ ਇਸ ਜਗਤ ਦਾ ਕੀ ਹਾਂ। ਕਿ ਇਹ ਵਚਨ ਦੇ ਬਾਅਦ ਤੁਸੀਂ ਇਹ ਕਹੋਗੇ ਕਿ ਤੁਸੀਂ ਜਗਤ ਦੇ ਹੋ, ਜਾਂ ਤੁਸੀਂ ਇਹ ਕਹੋਗੇ ਤੁਸੀਂ ਪ੍ਰਭੂ ਯੀਸ਼ੂ ਮਸੀਹ ਵਰਗੇ ਹੋ, ਤੁਸੀਂ ਪ੍ਰਭੂ ਯੀਸ਼ੂ ਮਸੀਹ ਦੇ ਹੋ, ਤੁਸੀਂ ਪਰਮੇਸ਼ਰ ਦੇ ਹੋ। ਇਹ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ। ਪ੍ਰਭੂ ਨੇ 2 ਵਾਰ ਕਿਹਾ ਜਿਹੜੇ ਇਸ ਜਗਤ ਨਾਲ ਮੋਹ ਨਹੀਂ ਰੱਖਦੇ, ਜਿਹੜੇ ਇਸ ਜਗਤ ਤੇ ਫਤਹ ਪਾਉਂਦੇ ਨੇ, ਉਹ ਇਸ ਜਗਤ ਦੇ ਨਹੀਂ ਆ। ਉਹ ਕਿਹਦੇ ਨੇ? ਦੁਬਾਰਾ ਪੜ੍ਹੀਏ 16 ਵਚਨ। ਉਹ ਇਸ ਜਗਤ ਦੇ ਨਹੀਂ ਹਨ, ਉਹ ਇਸ ਜਗਤ ਦੇ ਨਹੀਂ ਹਨ, ਜਿਵੇਂ ਮੈਂ ਜਗਤ ਦਾ ਨਹੀਂ ਹਾਂ। ਜਿਵੇਂ ਮੈਂ ਇਸ ਜਗਤ ਦਾ ਨਹੀਂ ਆ। ਪ੍ਰਭੂ ਯੀਸ਼ੂ ਮਸੀਹ ਸਿੱਧਾ ਸਿੱਧਾ ਕਹਿ ਰਿਹਾ ਹੁਣ ਤੋਂ ਤੁਸੀਂ ਸਵਰਗੀ ਹੋ। ਤਾਂ ਦੂਸਰੇ ਵਚਨ 'ਚ ਇਹਨਾਂ ਵਚਨਾਂ ਦੇ ਪ੍ਰਾਈਵੇਟ ਨੇ। ਸੋ ਹੁਣ ਉਹਨੇ ਆਪਣੇ ਨਾਲ ਸਾਨੂੰ ਕੀ ਕੀਤਾ? ਜਵਾਇਆ, ਉਠਾਇਆ ਤੇ ਸਵਰਗੀ ਸਥਾਨਾਂ 'ਚ ਆਪਣੇ ਨਾਲ ਕੀ ਕਰ ਦਿੱਤਾ ਆ? ਇਸ ਧਰਤੀ ਦੇ ਕੰਮਾਂ ਤੋਂ ਉਠਾ ਲਿਆ ਸਾਨੂੰ, ਇਸ ਧਰਤੀ ਦੇ ਕੰਮਾਂ ਤੋਂ ਜਵਾ ਲਿਆ ਸਾਨੂੰ। ਹੁਣ ਅਸੀਂ ਸਵਰਗੀ ਆ ਤੇ ਪਰਮੇਸ਼ਰ ਦੇ ਨਾਲ ਸਵਰਗ ਦਾ ਆਨੰਦ ਮਾਣ ਰਹੇ ਹਾਂ। ਇੱਥੇ ਵੀ ਮਾਣਾਂਗੇ ਤੇ ਉਹਦੇ ਆਉਣ ਤੋਂ ਬਾਅਦ ਵੀ ਕੀ ਕਰਾਂਗੇ? ਉਹਦੇ ਨਾਲ ਸਵਰਗ ਦਾ ਆਨੰਦ ਮਾਣਾਂਗੇ। ਹੁਣ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਦਾ ਕਿ ਤੁਸੀਂ ਕਿੱਥੋਂ ਦੇ ਹੋ? ਆਪਣੇ ਆਪ ਨੂੰ ਜੇਕਰ ਤੁਸੀਂ ਇੱਕ ਕਲੀਸਿਆ ਦੇ ਰੂਪ 'ਚ ਕਹਿੰਦੇ, ਤੁਸੀਂ ਆਪਣੇ ਆਪ ਨੂੰ ਇੱਕ ਪਰਮੇਸ਼ਰ ਦੀ ਦੁਲਹਨ ਦੇ ਰੂਪ 'ਚ ਤਿਆਰ ਕਰ ਰਹੇ ਹੋ, ਤੁਸੀਂ ਕਿੱਥੋਂ ਦੇ ਹੋ? ਜੇ ਤੁਸੀਂ ਇਸ ਜਗਤ ਨਾਲ ਮੋਹ ਕਰ ਰਹੇ ਹੋ, ਤੁਸੀਂ ਪਰਮੇਸ਼ਰ ਨੂੰ ਵੈਰੀ ਬਣਾ ਰਹੇ ਹੋ। ਜੇਕਰ ਤੁਸੀਂ ਪਰਮੇਸ਼ਰ ਨਾਲ ਮੋਹ ਕਰ ਰਹੇ ਹੋ, ਜਗਤ ਤੁਹਾਡਾ ਕੀ ਬਣ ਗਿਆ? ਵੈਰੀ ਬਣ ਗਿਆ। ਇਹਦੇ ਵਾਸਤੇ ਟੈਨਸ਼ਨ ਲੈਣੀ। 15 ਬਾਬ 'ਚ ਕੀ ਕਿਹਾ? ਪ੍ਰਭੂ ਇਹਨਾਂ ਦੀ ਇਸ ਵੈਰੀ ਤੋਂ ਕੀ ਕਰੀ? ਰੱਖਿਆ ਕਰੀ। ਪੂਰੇ ਇੰਤਜ਼ਾਮ ਕੀਤੇ ਨੇ, ਪੂਰੀ ਯੋਜਨਾ ਤਿਆਰ ਆ। ਬਸ ਤੁਸੀਂ ਉਸ ਯੋਜਨਾ ਦੇ ਵਿੱਚ ਆ ਜਾਓ। ਹਾਲੇਲੂਇਆ। ਇਸ ਜਗਤ ਤੇ ਜਿੱਤ ਪਾਉਣ ਦੇ ਤਰੀਕੇ ਕੀ ਨੇ? ਆਪਣੇ ਆਪ ਨੂੰ ਜਗਤ ਤੋਂ ਕੀ ਰੱਖੋ? ਅਲੱਗ ਰੱਖੋ। ਮਸੀਹ ਦੀ ਜਿੱਤ ਨੂੰ ਇਸ ਜਗਤ ਦੇ ਉੱਤੇ ਰੱਖੋ। ਪ੍ਰਭੂ ਦੀ ਹਜ਼ੂਰੀ ਨੂੰ ਆਪਣੇ ਅੰਦਰ ਪਹਿਚਾਨੋ। ਯਾਦ ਰੱਖੋ ਸੰਸਾਰ ਇੱਕ ਦੁਸ਼ਮਣ ਆ ਔਰ ਪਰਮੇਸ਼ਰ ਦੀ ਪੱਕੀ ਤੇ ਸਥਿਰ ਆਗਿਆ ਆ। ਇਸ ਸੰਸਾਰ ਦੇ ਨਾਲ ਕੀ ਨਾ ਰੱਖੋ? ਮੋਹ ਨਾ ਰੱਖੋ। ਔਰ ਇਸ ਸੰਸਾਰ ਦੇ ਲਈ ਔਰ ਤੁਹਾਡੇ ਲਈ ਕੀਤੀ ਗਈ ਪ੍ਰਾਰਥਨਾ ਨੂੰ ਹਮੇਸ਼ਾ ਯਾਦ ਰੱਖੋ ਜੋ ਯਹੋਨਾ ਦੀ ਜੀਦ 17 ਬਾਬ 'ਚ ਲਿਖੀ ਹੋਈ ਆ। ਹਾਲੇਲੂਇਆ। ਹਾਲੇਲੂਇਆ। ਇੱਕ ਵਿਸ਼ਵਾਸੀ ਸੰਸਾਰ ਤੇ ਫਤਹ ਪਾਉਂਦਾ ਹੈ। ਇੱਕ ਵਿਸ਼ਵਾਸੀ ਸੰਸਾਰ ਤੋਂ ਬਾਹਰ ਨਿਕਲਦਾ ਕਿਉਂਕਿ ਉਹ ਯਿਸੂ ਮਸੀਹ ਦਾ ਪ੍ਰਤੀਨਿਧਤਵ ਕਰਦਾ ਹੈ। ਅਸੀਂ ਕਿਹਦੇ ਵਰਗੇ ਹਾਂ? ਕਿਹਦੇ ਸਰੂਪ ਤੇ ਹਾਂ? ਪ੍ਰਭੂ ਯਿਸੂ। ਹੁਣ ਸ਼ੈਤਾਨ ਦੀ ਜਾਂ ਇਸ ਸੰਸਾਰ ਦੀ ਸਮਾਨਤਾ ਤੇ ਸਰੂਪਤਾ ਸਾਡੇ ਉੱਪਰ ਨਾ ਆਵੇ। ਪ੍ਰਾਰਥਨਾ ਕਰਾਂਗੇ ਤੁਹਾਡੇ। ਹਾਲੇਲੂਇਆ। ਧੰਨਵਾਦ, ਧੰਨਵਾਦ। सर्वशक्तिमान परमेश्वर तेरा धन्यवाद। राजाओं के राजा, प्रभुओं के प्रभु तेरा धन्यवाद। इस संसार ते जित पाउण लई पिता तू बल दे। इस संसार दी मोह इच्छा ते पिता तू बल पाउण दे लई फजल दे। संसार दा धन दौलत, सुंदरता, सोना चांदी, नाम पदवी सब नाशवान है पिता। सिर्फ एक स्वर्गीय यरूशलेमी पक्का शहर है। ये साडा कुछ भी हो जाए पिता, असी इस आत्मिक जीवन नू कदे भी खराब नहीं होगा। असी अपने आत्मिक जीवन की पूरी पूरी रक्षा करांगे। हालेलुया, हालेलुया। तो आइए सब मिलके एक गीत गावांगे। 156 नंबर गीत, गीत की किताब विचों 156 नंबर गीत। संसार जो महासागर है, विश्वास की किश्ती में दौड़ते हुए। संसार जो महासागर है, विश्वास की किश्ती में दौड़ते हुए। नित्य ग्रह वहां पहुंच कर प्रभु के साथ विश्राम करूंगा। नित्य ग्रह वहां पहुंच कर प्रभु के साथ विश्राम करूंगा। यात्रा करूंगा उसको देखे, युद्ध करूंगा मैं यीशु
रक्षक के लिए अंतिम श्वास तक। मतलब कि मैं अपने जीवन की आखिरी सावां तक राखी करांगा, आखिरी सावां तक इस संसार नूं वेखदा रहांगा, इस संसार तो बचदा रहांगा, इस संसार नूं अपना दुश्मन समझांगा, इस संसार नूं अपना वैरी समझांगा और इस संसार दीयां सारियां मोह लालच जां इस संसार दीयां जिन्नियां भी चीज़ां ने सबना नूं मैं अपने हाण दियां ही समझांगा। हालेलुया। ਇਹ ਜੀਵਨ ਅੱਜ ਸਾਡੇ ਸਾਰਿਆਂ ਦਾ ਬਣ ਜਾਵੇ। ਇਹ ਜੋ ਵਚਨ ਅੱਜ ਅਸੀਂ ਸੁਣੇ ਨੇ, ਇਹਨਾਂ ਦੇ ਅਨੁਸਾਰ ਜੇ ਅਸੀਂ ਆਪਣਾ ਜੀਵਨ ਬਤੀਤ ਕਰਾਂਗੇ, ਅਸੀਂ ਸੰਸਾਰ ਤੇ ਜ਼ਰੂਰ ਜਿੱਤ ਪਾਵਾਂਗੇ, ਕਿਉਂਕਿ ਸਾਡੇ ਪਿਤਾ ਪਰਮੇਸ਼ਰ ਨੇ ਇਸ ਸੰਸਾਰ ਨੂੰ ਜਿੱਤ ਲਿਆ ਆ। ਹਾਲੇਲੂਇਆ। ਭਾਈਏ ਮੈਂ ਸਭਨਾਂ ਦੀ ਪ੍ਰਾਰਥਨਾ ਕਰਾਂਗਾ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ, ਤੁਹਾਡੇ ਧੰਨਵਾਦੀ ਅੱਜ ਦੇ ਸੁੰਦਰ ਸਮੇਂ ਦੇ ਲਈ ਇੱਕ ਵਾਰੀ ਫੇਰ ਆਪਣੇ ਲੋਕਾਂ ਨੂੰ ਤਾਂ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਪਿਤਾ ਤੇਰਾ ਧੰਨਵਾਦ ਹੋ, ਜਿੰਨੀ ਦੇਰ ਵੀ ਅਸੀਂ ਤੇਰੇ ਕਦਮਾਂ 'ਚ ਬੈਠੇ, ਤੇਰੀ ਕਿਰਪਾ ਤੇਰਾ ਫਜ਼ਲ ਸਾਡੇ ਨਾਲ ਰਿਹਾ ਔਰ ਸਭ ਗੱਲਾਂ ਦਾ ਆਦਰ ਮਹਿਮਾ ਜਲਾਲ ਵੀ ਤੁਹਾਨੂੰ ਹੀ ਮਿਲੇ। ਪਿਤਾ ਪ੍ਰਾਰਥਨਾ ਕਰਦਾ ਪਿਤਾ ਅੱਜ ਦੇ ਵਚਨਾਂ ਦੇ ਲਈ, ਤੇਰੇ ਵਚਨਾਂ 'ਚ ਅੱਜ ਤੂੰ ਸਾਨੂੰ ਬੋਲਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਸੰਸਾਰ ਤੇ ਜਿੱਤ ਪਾ ਸਕਦੇ ਹਾਂ, ਜਾਂ ਇਸ ਸੰਸਾਰ ਤੇ ਜਿੱਤ ਪਾਉਣ ਦੇ ਕਿਹੜੇ ਤਰੀਕੇ ਨੇ। ਪਿਤਾ ਇਸ ਸੰਸਾਰ ਤੋਂ ਲੱਗ ਰਹੀ ਹੈ, ਤੇਰੀ ਜਿੱਤ ਨੂੰ ਉੱਪਰ ਰੱਖੀਏ, ਇਸ ਸੰਸਾਰ ਨੂੰ ਵੈਰੀ ਸਮਝੀਏ, ਤੇਰੀ ਹਜ਼ੂਰੀ ਨੂੰ ਆਪਣੇ ਅੰਦਰ ਮਹਿਸੂਸ ਕਰੀਏ ਔਰ ਸੰਸਾਰ ਨਾਲ ਮੋਹ ਨਾ ਰੱਖੀਏ। ਔਰ ਜੋ ਤੂੰ ਸੰਸਾਰ ਦੇ ਲਈ ਪ੍ਰਾਰਥਨਾ ਕੀਤੀ ਆ ਔਰ ਸਾਡੇ ਲਈ ਜੋ ਤੂੰ ਪ੍ਰਾਰਥਨਾ ਕੀਤੀ, ਅਸੀਂ ਉਹਨੂੰ ਹਮੇਸ਼ਾ ਯਾਦ ਰੱਖੀਏ। ਪਿਤਾ ਤੇਰੀ ਕਿਰਪਾ, ਤੇਰਾ ਫਜ਼ਲ ਇਹਨਾਂ ਵਚਨਾਂ ਦੁਆਰਾ ਸਾਡੇ ਸਾਰਿਆਂ ਦੇ ਨਾਲ ਹੋਵੇ। ਧੰਨਵਾਦੀ ਹਾਂ ਇੱਕ ਵਾਰ ਦੀ ਫੇਰ ਕੀਤੀ ਗੱਲਬਾਤ ਲਈ ਪਿਤਾ। ਫਿਰ ਦੁਬਾਰਾ ਜਦੋਂ ਅਸੀਂ ਤੇਰੇ ਕਦਮਾਂ 'ਚ ਬੈਠੀਏ, ਇਸੇ ਤਰ੍ਹਾਂ ਤੂੰ ਸਾਡੇ ਨਾਲ ਬੋਲ ਔਰ ਗੱਲਬਾਤ ਕਰ ਪਿਤਾ। ਤੇਰੀ ਕਿਰਪਾ, ਤੇਰਾ ਅਨੁਗ੍ਰਹਿ ਇਸ ਕਮਰੇ 'ਚ ਬੈਠੇ ਲੋਕਾਂ ਦੇ ਨਾਲ ਵੀ ਔਰ ਜਿੰਨੇ ਲੋਕ ਇਸ ਫੋਨ ਦੇ ਮਾਧਿਅਮ ਦੇ ਨਾਲ, ਇਸ ਫੋਨ ਦੇ ਜ਼ਰੀਏ ਦੇ ਨਾਲ ਸੁਣਦੇ ਨੇ, ਸਭਨਾਂ ਦੇ ਉੱਪਰ ਹੋਵੇ। ਪਿਤਾ ਤੁਹਾਡਾ ਅਨੁਗ੍ਰਹਿ ਹਮੇਸ਼ਾ ਬਣਿਆ ਰਹੇ। ਇਹਨਾਂ ਵਚਨਾਂ ਦੁਆਰਾ ਤੁਸੀਂ ਸਾਨੂੰ ਸਭਨਾਂ ਨੂੰ ਚੱਲਣ ਦਾ ਪਿਤਾ ਜੀ ਬਲ ਦਿਓ। ਇਹ ਵਚਨਾਂ ਤੇ ਚੱਲ ਕੇ ਅਸੀਂ ਸੰਸਾਰ ਦੇ ਵੈਰੀ ਬਣ ਕੇ ਤੇਰੇ ਪ੍ਰਿਯ ਮਿੱਤਰ ਬਣ ਜਾਈਏ। ਪਿਤਾ ਤੂੰ ਮਦਦ ਕਰ, ਤੇਰੀ ਕਿਰਪਾ ਸਾਡੇ ਸਾਰਿਆਂ ਦੇ ਨਾਲ ਹੋਵੇ। ਧੰਨਵਾਦੀਆਂ ਇੱਕ ਇੱਕ ਗੱਲ ਨੂੰ ਆਪਣੇ ਹੱਥਾਂ 'ਚ ਲਿਆ, ਸਭ ਗੱਲਾਂ ਨੂੰ ਤੇਰੇ ਯੋਰਾਵਰ ਹੱਥਾਂ ਸੌਂਪਦੇ, ਤੇਰੇ ਬੇਟੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਫਿਰ ਦੁਬਾਰਾ ਵੀਰਵਾਰ ਦੇ ਦਿਨ 11 ਵਜੇ ਪਰਮੇਸ਼ਰ ਦੇ ਵਚਨਾਂ ਨੂੰ ਲੈ ਕੇ ਆਵਾਂਗੇ। ਤਦ ਤੱਕ ਦੇ ਲਈ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲੇ, ਮਦਦ ਕਰੇ ਔਰ ਇਸੇ ਤਰ੍ਹਾਂ ਪਰਮੇਸ਼ਰ 'ਚ ਬਣੇ ਰਹੋ। ਸੰਸਾਰ ਦੇ ਵੈਰੀ ਬਣੋ, ਸੰਸਾਰ ਨੂੰ ਆਪਣੇ ਉੱਪਰ ਜਿੱਤਣਾ ਪ੍ਰਾਪਤ ਕਰਨ ਦਿਓ, ਸੰਸਾਰ ਦੇ ਹਰ ਮੋਹ ਤੋਂ ਬਚੋ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇਸ ਸੰਸਾਰ ਨੂੰ ਜਿੱਤ ਲਿਆ, ਤੁਹਾਨੂੰ ਉਹਦੇ 'ਚੋਂ ਕੱਢ ਲਿਆ, ਯਿਸੂ ਮਸੀਹ ਦੇ ਸਾਹਮਣੇ ਪੇਸ਼ ਕੀਤਾ ਔਰ ਆਪਣੇ ਵਚਨ ਤੁਹਾਨੂੰ ਸੁਣਾ ਰਿਹਾ ਔਰ ਕਹਿੰਦਾ ਤੁਸੀਂ ਵੀ ਹੁਣ ਇਸ ਸੰਸਾਰ ਦੇ ਨਹੀਂ ਹੋ, ਜਿਸ ਤਰ੍ਹਾਂ ਮੈਂ ਵੀ ਇਸ ਸੰਸਾਰ ਦਾ ਨਹੀਂ ਹਾਂ। ਹਾਲੇਲੂਇਆ। ਹਾਲੇਲੂਇਆ।